स्वागत पंजाबन टीवी देख रहे सारे दर्शकों का मैं मेघा प्रोग्राम आरोग जीवन दे विच स्वागत करदी हां। ਅੱਜ ਦੇ ਇਸ ਅਰੋਗ ਜੀਵਨ ਦੇ ਵਿੱਚ ਅਸੀਂ ਗੱਲ ਕਰਾਂਗੇ ਹੋਮਿਓਪੈਥੀ ਦੀ। ਹੋਮਿਓਪੈਥੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਸਵਾਲਾਂ ਦਾ ਅੱਜ ਜਵਾਬ ਲਵਾਂਗੇ। ਖਾਸ ਤੌਰ ਤੇ ਮਾਹਿਰ ਮਹਿਮਾਨ ਸਟੂਡੀਓ ਦੇ ਵਿੱਚ ਸਾਡੇ ਨਾਲ ਪਹੁੰਚ ਚੁੱਕੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਡਾਕਟਰ ਕੰਗਨਾ ਦਾ। पंजाबन टीवी के स्टूडियो के तुहाडा स्वागत करते हैं। थैंक यू मेघा जी। प्रोग्राम की शुरुआत करते हैं। होम्योपैथी डॉक्टर ने डॉक्टर कंगना तो सब तो पहला डॉक्टर साहब तौर तो यही जानते हैं कि होम्योपैथी ते एलोपैथी ਇਹਦੇ ਵਿੱਚ ਫਰਕ ਕੀ ਹੈ? हाँ जी, ਇਹ ਬਹੁਤ ਅੱਛਾ ਸਵਾਲ ਤੁਸੀਂ ਮੈਨੂੰ ਪੁੱਛਿਆ ਜੀ। ਦੋਨਾਂ ਦੇ ਵਿੱਚ ਫਰਕ ਜਾਣਨ ਤੋਂ ਪਹਿਲਾਂ ਮੇਰੇ ਹਿਸਾਬ ਨਾਲ ਤੁਹਾਨੂੰ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੋਮਿਓਪੈਥੀ ਕੀ ਹੈ। ਜੀ ਜੀ। ਹੋਮਿਓਪੈਥੀ ਇੱਕ ਸਾਇੰਸ ਹੈ, ਮੈਡੀਕਲ ਸਾਇੰਸ ਹੈ ਜਿਹੜੀ ਕਿ 1796 ਦੇ ਵਿੱਚ ਡਾਕਟਰ ਸੈਮੂਅਲ ਫਰੈਡਰਿਕ ਹੈਨੀਮਨ ਜੋ ਕਿ ਯੂਰਪ ਦੇ ਵਿੱਚ ਪ੍ਰੈਕਟੀਸ਼ਨਰ ਸੀਗੇ, ਇੱਕ MBBS MD ਡਾਕਟਰ ਸੀਗੇ ਉਹ ਜੀ। 17 ਇਅਰਸ ਉਹਨਾਂ ਨੇ MD ਪ੍ਰੈਕਟਿਸ ਕੀਤੀ ਹੈ ਆਪਣੀ ਲਾਈਫ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਹੋਮਿਓਪੈਥੀ ਨੂੰ ਇਨਵੈਂਟ ਕੀਤਾ ਹੈ। ਹੋਮਿਓ ਦੇ ਵਰਡ ਤੋਂ ਹੀ ਸਾਨੂੰ ਇੱਕ ਚੀਜ਼ ਸਾਨੂੰ ਮਾਹਿਰ ਹੁੰਦੀ ਹੈ, ਉਹ ਹੈਗੀ ਹੈ ਸਿਮਿਲਰ। ਇਹ ਇੱਕ ਸਿਮਿਲਰ ਪੈਥੀ ਹੈ। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਇੱਕ ਡਿਜ਼ੀਜ਼ ਪ੍ਰੋਡਿਊਸ ਕਰਦੇ ਹਾਂ ਬੋਡੀ ਦੇ ਵਿੱਚ, ਆਰਟੀਫਿਸ਼ੀਅਲ ਡਿਜ਼ੀਜ਼ ਜਿਹਨੂੰ ਅਸੀਂ ਮੈਡੀਸਿਨਲ ਡਿਜ਼ੀਜ਼ ਵੀ ਕਹਿੰਦੇ ਹਾਂ। ਜਿਹੜੀ ਅਸੀਂ ਮੈਡੀਸਿਨਲ ਸਬਸਟੈਂਸ ਇੱਕ ਬੋਡੀ ਦੇ ਵਿੱਚ ਦਿੰਦੇ ਹਾਂ ਉਹਦੇ ਨਾਲ ਇੱਕ ਆਰਟੀਫਿਸ਼ੀਅਲ ਡਿਜ਼ੀਜ਼ ਪ੍ਰੋਡਿਊਸ ਹੁੰਦੀ ਹੈ ਜਿਹਦੀ ਇੰਟੈਂਸਿਟੀ ਜਿਹੜੀ ਨੈਚੁਰਲ ਡਿਜ਼ੀਜ਼ ਬੋਡੀ ਦੇ ਵਿੱਚ ਪਈ ਹੈ ਉਹਦੇ ਨਾਲੋਂ ਜ਼ਿਆਦਾ ਹਾਇਰ ਇੰਟੈਂਸਿਟੀ ਦੀ ਉਹ ਡਿਜ਼ੀਜ਼ ਹੁੰਦੀ ਹੈ। ਉਹ ਕੀ ਕਰਦੀ ਹੈ, ਤੁਹਾਡੀ ਜਿਹੜੀ ਨੈਚੁਰਲ ਡਿਜ਼ੀਜ਼ ਹੈ ਉਸ ਦੇ ਨਾਲ ਫਾਈਟ ਕਰਕੇ ਉਸਨੂੰ ਤੁਹਾਡੀ ਬੋਡੀ ਚੋਂ ਬਾਹਰ ਕੱਢ ਦਿੰਦੀ ਹੈ। ਉਸ ਤੋਂ ਬਾਅਦ ਸਾਡੀ ਮੈਡੀਸਿਨ ਦੀ ਕੁਆਂਟੀਟੀ ਇਸੇ ਕਰਕੇ ਬਹੁਤ ਘੱਟ ਹੁੰਦੀ ਹੈ। ਬਹੁਤ ਨੈਨੋ ਪਾਰਟੀਕਲਸ ਦੇ ਵਿੱਚ ਡਾਈਲਿਊਸ਼ਨ ਪੋਟੈਂਟਾਈਜ਼ ਫਾਰਮ ਦੇ ਵਿੱਚ ਹੋਮਿਓਪੈਥਿਕ ਮੈਡੀਸਿਨਸ ਆਉਂਦੀਆਂ ਨੇ। ਕੁਝ ਟਾਈਮ ਬਾਅਦ ਜਿਹੜੀ ਉਹ ਆਰਟੀਫਿਸ਼ੀਅਲ ਡਿਜ਼ੀਜ਼ ਹੁੰਦੀ ਹੈ ਉਹ ਆਟੋਮੈਟਿਕਲੀ ਆਪਣੇ ਆਪ ਹੀ ਬੋਡੀ ਦੇ ਵਿੱਚੋਂ ਖਤਮ ਹੋ ਜਾਂਦੀ ਹੈ। ਔਰ ਇੱਕ ਪੇਸ਼ੈਂਟ, ਇੱਕ ਹੈਲਦੀ ਹਿਊਮਨ ਬੀਇੰਗ ਸਾਡੇ ਕੋਲ ਮਿਲ ਜਾਂਦਾ ਸਾਨੂੰ। ਇਹ ਹੈਗੀ ਹੋਮਿਓਪੈਥੀ ਦੀ ਮੈਡੀਸਿਨਸ ਦਾ ਕੰਮ ਕਰਨ ਦਾ ਤਰੀਕਾ। ਉਸ ਤੋਂ ਬਾਅਦ ਮੈਂ ਦੂਸਰੀ ਗੱਲ ਕਰਾਂਗੀ ਕਿ ਹੋਮਿਓਪੈਥੀ ਦੇ ਵਿੱਚ ਅਸੀਂ ਕੋਈ ਇੱਕ ਪਾਰਟਿਕੂਲਰ ਬਿਮਾਰੀ ਦਾ ਇਲਾਜ ਨਹੀਂ ਕਰਦੇ। ਅਸੀਂ ਇੱਕ ਕੰਸੈਪਟ ਲੈਂਦੇ ਹਾਂ, ਹੋਲਿਸਟਿਕ ਕੰਸੈਪਟ। ਹੋਲਿਸਟਿਕ ਮੀਨਸ ਪੇਸ਼ੈਂਟ ਔਰ ਅ ਹਿਊਮਨ ਬੀਇੰਗ ਐਜ਼ ਅ ਹੋਲ। ਐਜ਼ ਅ ਹੋਲ ਅਸੀਂ ਇੱਕ ਬੰਦੇ ਨੂੰ ਟਰੀਟ ਕਰੀਦਾ ਹੈਗਾ, ਜਿਹਦੇ ਲਈ ਮੰਨ ਲਓ ਮੈਂ ਇੱਕ ਐਗਜ਼ਾਮਪਲ ਲੈ ਕੇ ਗੱਲ ਕਰਾਂਗੀ ਇੱਥੇ। ਮੰਨ ਲਓ ਸ਼ੂਗਰ ਹੋ ਗਈ ਹੈ ਕਿਸੇ ਨੂੰ, ਜਾਂ ਕਿਸੇ ਨੂੰ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ, ਤਾਂ ਅਸੀਂ ਕਿਸੇ ਨੂੰ ਕੋਈ ਪੇਨ ਕਿਲਰਸ ਰਿਕਮੈਂਡ ਨਹੀਂ ਕਰਦੇ ਕਿਉਂਕਿ ਸਾਡੀ ਪੈਥੀ 'ਚ ਇੱਦਾਂ ਦੀ ਕੋਈ ਮੈਡੀਸਿਨਸ ਆਉਂਦੀਆਂ ਹੀ ਨਹੀਂ ਹੈ। ਅਸੀਂ ਉਸ ਪੇਨ ਦਾ ਰੀਜ਼ਨ ਰੂਲ ਆਊਟ ਕਰੀਦਾ ਕਿ ਉਹ ਪੇਨ ਹੋ ਕਿਉਂ ਰਹੀ ਹੈ। ਮੰਨ ਲਓ ਕਿਸੇ ਨੂੰ ਸ਼ਿਆਟਿਕਾ ਦੀ ਪੇਨ ਹੋ ਰਹੀ ਹੈ, ਉਹਦੀ ਸਪਾਈਨ ਦੇ ਵਿੱਚ ਡਿਸਕ ਪ੍ਰੋਟਰੂਜ਼ ਹੋ ਚੁੱਕੀ ਹੈ, ਪ੍ਰੋਲੈਪਸ ਡਿਸਕ ਹੈ ਉਹਨੂੰ, ਤਾਂ ਅਸੀਂ ਪੇਨ ਕਿਲਰਸ ਦੇਈ ਜਾਈਏ ਉਹਦਾ ਕੋਈ ਇਫੈਕਟ ਨਹੀਂ ਆਏਗਾ। ਉਹ ਤਾਂ ਫॉर द ਟਾਈਮ ਬੀਇੰਗ 6 ਘੰਟੇ 8 ਘੰਟੇ ਦੇ ਲਈ ਜਿਹੜੀ ਪੇਨ ਹੈ ਉਹ ਸਪਰੈਸ ਹੋਏਗੀ। ਅਸੀਂ ਕੀ ਕਰਦੇ ਹਾਂ, ਅਸੀਂ ਉੱਦਾਂ ਦੀਆਂ ਮੈਡੀਸਿਨ ਸਾਡੇ ਕੋਲ ਆਉਂਦੀਆਂ ਨੇ ਹੋਮਿਓਪੈਥੀ ਜਿਹੜੀਆਂ ਉਸ ਡਿਸਕ ਦੇ ਵਿੱਚ ਜਿਹੜਾ ਪ੍ਰੋਲੈਪਸ ਹੋਇਆ ਉਹਨੂੰ ਠੀਕ ਕਰਦੀਆਂ। ਅਗਰ ਉਹ ਕਿਤੇ ਨਰਵ ਨੂੰ ਪ੍ਰੈਸ ਕਰ ਰਹੀ ਹੈ ਉਹ ਡਿਸਕ ਪਿੱਛੇ ਨੂੰ ਖਿਸਕ ਕੇ, ਤਾਂ ਉਹ ਡਿਸਕ ਬਲਜ ਹੈ ਜਿਹੜਾ ਉਹ ਠੀਕ ਹੋਏਗਾ, ਨਰਵ ਕੰਪਰੈਸ਼ਨ ਉੱਥੋਂ ਰਿਲੀਜ਼ ਹੋਏਗਾ, ਤਾਂ ਬੰਦੇ ਦੀ ਪੇਨ ਹੈ ਜਿਹੜੀ ਉਸ ਦੀ ਵਜ੍ਹਾ ਤੋਂ ਠੀਕ ਹੋਏਗੀ। ਜੀ ਐਕਚੁਅਲ ਰੂਟ ਕਾਜ਼ ਨੂੰ ਅਸੀਂ ਠੀਕ ਕਰਦੇ ਹੈਗੇ ਹਾਂ ਹੋਮਿਓਪੈਥੀ ਦੇ ਵਿੱਚ। ਜੀ ਹੁਣ ਇਹਦੇ ਤੋਂ ਸਾਨੂੰ ਸਮਝਣਾ ਬਹੁਤ ਈਜ਼ੀ ਕਨਸੈਪਟ ਹੋ ਜਾਏਗਾ, ਸਮਝਣਾ ਕਿ ਐਲੋਪੈਥੀ ਦੇ ਨਾਲ ਹੋਮਿਓਪੈਥੀ ਦਾ ਕੀ ਡਿਫਰੈਂਸ ਹੈ। ਤੁਸੀਂ ਬੜੀ ਅੱਛੀ ਤਰ੍ਹਾਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਦਿੱਤਾ ਪੇਨ ਕਿਲਰਸ ਦੇ ਵਿੱਚ। ਹੁਣ ਜੇ ਆਪਾਂ ਕੋਈ ਮੇਜਰ ਬਿਮਾਰੀ ਦੀ ਗੱਲ ਕਰੀਏ ਜਿੱਦਾਂ ਕਿ ਸ਼ੂਗਰ ਹੈ, ਥਾਇਰਾਇਡ ਹੈ, ਇਹਦੇ ਵਿੱਚ ਦੇਖੋ ਥਾਇਰਾਇਡ ਬੇਸਿਕਲੀ ਕੀ ਚੀਜ਼ ਹੈ। ਥਾਇਰਾਇਡ ਦੇ ਵਿੱਚ ਸਾਡੇ ਬਾਡੀ ਦੇ ਵਿੱਚ ਥਾਇਰਾਇਡ ਐਂਡੋਕ੍ਰਾਈਨ ਗਲੈਂਡ ਹੈ ਜਿਹੜਾ ਕਿ ਹਾਰਮੋਨ ਸਿਕਰੀਟ ਕਰਦਾ ਹੈ। ਠੀਕ ਹੈ, ਥਾਇਰਾਇਡ ਆਮ ਲੋਕਾਂ ਨੂੰ ਹੁੰਦਾ ਤਾਂ ਉਹਦੇ ਵਿੱਚ ਹਾਰਮੋਨ ਜਾਂ ਤਾਂ ਜ਼ਿਆਦਾ ਸਿਕਰੀਸ਼ਨ ਹੁੰਦੀ ਹੈ ਹਾਈਪੋਥਾਇਰਾਇਡਿਜ਼ਮ, ਜਾਂ ਫਿਰ ਹਾਈਪਰਥਾਇਰਾਇਡਿਜ਼ਮ। ਘੱਟ ਸਿਕਰੀਸ਼ਨ ਹੋਣੀ ਹਾਈਪੋ ਐਂਡ ਵੱਧ ਹੋਣੀ ਹਾਈਪਰ। ਤਾਂ ਉਹਦੇ ਅਲੱਗ-ਅਲੱਗ ਬਹੁਤ ਸਾਰੇ ਬਾਡੀ 'ਚ ਸਿੰਪਟਮਸ ਆਉਂਦੇ ਹੈਗੇ ਨੇ। ਅਸੀਂ ਕੀ ਕਰਦੇ ਹਾਂ, ਅਸੀਂ ਕੁਝ ਇੱਦਾਂ ਦੀਆਂ ਮੈਡੀਸਿਨਸ ਨੇ ਸਾਡੇ ਕੋਲ ਹੋਮਿਓਪੈਥੀ 'ਚ ਜਿਹੜੀਆਂ ਤੁਹਾਨੂੰ ਐਜ਼ ਅ ਹੋਲ ਠੀਕ ਕਰਨਗੀਆਂ, ਤੁਹਾਡੇ ਥਾਇਰਾਇਡ ਗਲੈਂਡ ਦੀ ਫੰਕਸ਼ਨਿੰਗ ਨੂੰ ਨਾਰਮਲ ਲੈਵਲ ਤੱਕ ਲੈ ਕੇ ਆਉਣਗੀਆਂ। ਨਾ ਕਿ ਅਸੀਂ ਬਾਹਰੋਂ ਤੁਹਾਨੂੰ ਕੋਈ ਹਾਰਮੋਨਲ ਟ੍ਰੀਟਮੈਂਟ ਦੇਵਾਂਗੇ ਕਿ ਅਗਰ ਤੁਹਾਡੀ ਬਾਡੀ ਘੱਟ ਹਾਰਮੋਨ ਬਣਾ ਰਹੀ ਹੈ ਅਸੀਂ ਤੁਹਾਨੂੰ ਬਾਹਰੋਂ ਦੇ ਦਈਏ, ਅਗਰ ਵੱਧ ਬਣਾ ਰਹੀ ਹੈ ਤਾਂ ਅਸੀਂ ਉਹਦਾ ਐਂਟੀ ਹਾਰਮੋਨ ਦੇ ਦਈਏ ਕਿ ਉਹਨੂੰ ਉਹ ਸਪਰੈਸ ਕਰ ਦੇਵੇ। ਐਲੋਪੈਥੀ 'ਚ ਇਹ ਚੀਜ਼ ਹੁੰਦੀ ਹੈ ਕਿ ਉਹ ਤੁਹਾਨੂੰ ਬਾਹਰੋਂ ਇਨਟੇਕ ਆਫ ਹਾਰਮੋਨਸ ਦੇਣਗੇ, ਅਸੀਂ ਤੁਹਾਡੇ ਥਾਇਰਾਇਡ ਗਲੈਂਡ ਦੀ ਫੰਕਸ਼ਨਿੰਗ ਨੂੰ ਹੀ ਠੀਕ ਕਰਾਂਗੇ। ਸੈਕਿੰਡ ਨੰਬਰ ਤੇ ਜੇ ਆਪਾਂ ਸ਼ੂਗਰ ਡਾਇਬਟੀਜ਼ ਦੀ ਗੱਲ ਕਰੀਏ, ਡਾਇਬਟੀਜ਼ ਦੇ ਵਿੱਚ ਕੀ ਹੁੰਦਾ ਹੈ, ਸਾਡੀ ਬਾਡੀ 'ਚ ਇੱਕ ਪੈਨਕ੍ਰੀਅਸ, ਉਹ ਵੀ ਇੱਕ ਐਂਡੋਕ੍ਰਾਈਨ ਗਲੈਂਡ ਹੈ, ਉਹ ਇਨਸੂਲਿਨ ਨਾਮ ਦਾ ਇੱਕ ਸਬਸਟੈਂਸ, ਇੱਕ ਹਾਰਮੋਨ ਰਿਲੀਜ਼ ਕਰਦਾ ਸਾਡੀ ਬਾਡੀ ਦੇ ਵਿੱਚ। ਔਰ ਇਨਸੂਲਿਨ ਦਾ ਮੇਜਰ ਫੰਕਸ਼ਨ ਹੁੰਦਾ ਸਾਡੀ ਬਾਡੀ ਦੇ ਵਿੱਚ ਸ਼ੂਗਰ ਨੂੰ ਕੰਟਰੋਲ ਕਰਕੇ ਰੱਖਣਾ। ਅਸੀਂ ਸਾਰੇ ਹੀ ਸ਼ੂਗਰ ਲੈਂਦੇ ਹਾਂ ਤਾਂ ਉਹ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਜਿਹੜਾ ਇਨਸੂਲਿਨ ਹੁੰਦਾ ਹੈ। ਬਟ ਕਿਸੇ ਕਾਰਨਾਂ ਕਰਕੇ, ਕੁਝ ਕਾਰਨ ਹੁੰਦੇ ਨੇ ਮੇਜਰ ਡਾਇਬਟੀਜ਼ ਦੇ ਜਿਹਦੇ ਕਰਕੇ ਉਹ ਇਨਸੂਲਿਨ ਸਿਕ੍ਰੀਸ਼ਨ ਬੰਦ ਹੋ ਜਾਂਦੀ ਹੈ ਬਾਡੀ ਦੇ ਵਿੱਚ।
ਐਲੋਪੈਥੀ 'ਚ ਕੀ ਕੀਤਾ ਜਾਂਦਾ ਹੈ, ਜਾਂ ਤਾਂ ਕੁਝ ਇੱਦਾਂ ਦੀਆਂ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਸ਼ੂਗਰ ਲੈਵਲ ਨੂੰ ਤੁਹਾਡੇ ਸਿਰਫ ਬਲੱਡ ਦੇ ਵਿੱਚ ਕੰਟਰੋਲ ਕਰਦੀਆਂ ਨੇ। ਸੈਕਿੰਡ ਨੰਬਰ ਤੇ ਜਾਂ ਉਹ ਤੁਹਾਨੂੰ ਇਨਸੂਲਿਨ ਦਿੰਦੇ ਨੇ ਜਿਹੜਾ ਕਿ ਸ਼ੂਗਰ ਲੈਵਲ ਨੂੰ ਕੰਟਰੋਲ ਕਰੇਗਾ, ਬਟ ਵੀ ਆਰ ਨਾਟ ਗਿਵਿੰਗ ਐਨੀ ਕਾਈਂਡ ਆਫ ਥੀਸ ਡਰੱਗਸ। ਅਸੀਂ ਸਿਰਫ ਤੇ ਸਿਰਫ ਤੁਹਾਨੂੰ ਦਿੰਦੇ ਆ ਉਹ ਮੈਡੀਸਿਨਸ ਜਿਹੜੀਆਂ ਪੈਨਕ੍ਰੀਅਸ ਦੀ ਫੰਕਸ਼ਨਿੰਗ ਨੂੰ ਨਾਰਮਲ ਲੈਵਲ ਤੱਕ ਲੈ ਕੇ ਆਣ, ਹੌਲੀ ਹੌਲੀ ਤੁਹਾਡੀ ਬਾਡੀ 'ਚ ਇਨਸੂਲਿਨ ਸਿਕਰੀਟ ਹੋਣੀ ਸ਼ੁਰੂ ਹੋਵੇ ਤਾਂ ਕਿ ਤੁਹਾਡਾ ਸ਼ੂਗਰ ਲੈਵਲ ਆਪਣੇ ਆਪ ਹੀ ਨਾਰਮਲ ਤੇ ਆਵੇ। ਤਾਂ ਬੇਸਿਕਲੀ ਹੋਮਿਓਪੈਥੀ ਦਾ ਕੰਮ ਇਹੀ ਹੈ ਕਿ ਤੁਹਾਡੀ ਆਪਣੀ ਹੀ ਜਿਹੜੀ ਚੀਜ਼ਾਂ ਫਿਜ਼ੀਓਲੋਜੀ ਸਾਡੀ ਖਰਾਬ ਹੋ ਚੁੱਕੀ ਹੈ। ਫਿਜ਼ੀਓਲੋਜੀ ਮੀਨਸ ਫੰਕਸ਼ਨਿੰਗ ਆਫ ਆਵਰ ਬਾਡੀ ਗਲੈਂਡਸ, ਸਾਡੀ ਬਾਡੀ ਦੇ ਜਿੰਨੇ ਆਰਗਨਸ ਗਲੈਂਡਸ ਉਹਨਾਂ ਦੀ ਫੰਕਸ਼ਨਿੰਗ ਜਦੋਂ ਕਿਤੇ ਡਿਸਟਰਬ ਹੋ ਰਹੀ ਹੈ, ਹੋਮਿਓਪੈਥੀ ਕੀ ਕਰਦੀ ਹੈ, ਸਾਡੀ ਵਾਈਟਲ ਫੋਰਸ ਜਿਹਨੂੰ ਅਸੀਂ ਆਮ ਭਾਸ਼ਾ 'ਚ ਇਮਿਊਨਿਟੀ ਕਹਿੰਦੇ ਆ, ਇੱਕ ਸਾਡੀ ਸਰੀਰ ਦੀ ਅੰਦਰ ਦੀ ਸ਼ਕਤੀ, ਹੋਮਿਓਪੈਥੀ ਉਹਨੂੰ ਬੂਸਟ ਕਰਦੀ ਹੈ। ਉਹਨੂੰ ਜੇ ਉਹ ਕਿਤੇ ਖਰਾਬ ਹੋ ਰਹੀ ਹੈ, ਡਿਸਟਰਬ ਹੋ ਰਹੀ ਹੈ ਕਿਸੇ ਕਾਰਨ ਕਰਕੇ, ਉਸ ਕਾਰਨ ਨੂੰ ਕੱਢ ਕੇ ਬਾਹਰ ਕਰਦੀ ਹੈ ਸਰੀਰ ਚੋਂ ਤੇ ਉਹਨੂੰ ਬੂਸਟ ਕਰਦੀ ਹੈ ਤਾਂ ਆਟੋਮੈਟਿਕਲੀ ਇੱਕ ਹੈਲਦੀ ਹਿਊਮਨ ਬੀਇੰਗ ਸਾਡੇ ਕੋਲ ਸਾਹਮਣੇ ਆ ਜਾਂਦਾ ਹੈ। ਬਿਲਕੁਲ ਠੀਕ ਹੈ। ਤੇ ਜੇ ਗੱਲ ਕਰੀਏ ਕਿ ਹੋਮਿਓਪੈਥੀ ਦੇ ਨਾਲ ਕੀ ਹਰ ਬਿਮਾਰੀ ਦਾ ਇਲਾਜ ਸੰਭਵ ਹੈ? ਬਹੁਤ ਸਾਰੀਆਂ ਹਾਂਜੀ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਸਿਰਫ ਤੇ ਸਿਰਫ ਹੋਮਿਓਪੈਥੀ 'ਚ ਹੀ ਸੰਭਵ ਹੈ। ਇਹਦੇ ਵਿੱਚ ਮੈਂ ਤੁਹਾਡੇ ਕੋਲ ਕੁਝ ਜਿਹੜੇ ਮੇਜਰ ਹੈਗੀਆਂ ਪ੍ਰੋਬਲਮਸ ਉਹਨਾਂ ਦਾ ਹੀ ਨਾਮ ਲੈਣੀ ਹੈ। ਸਭ ਤੋਂ ਪਹਿਲਾਂ ਡਾਇਬਟੀਜ਼ ਜਿਹੜੀ ਕਿ ਐਲੋਪੈਥੀ ਦੇ ਵਿੱਚ ਇਨਕਿਉਰੇਬਲ ਹੈ, ਤੁਹਾਨੂੰ ਲਾਈਫ ਲੌਂਗ ਇਨਸੂਲਿਨ ਡਿਪੈਂਡ ਹੋਣਾ ਪਏਗਾ ਜਾਂ ਫਿਰ ਮੈਡੀਸਿਨਸ ਤੇ ਡਿਪੈਂਡ ਹੋਣਾ ਪਏਗਾ। ਸੈਕਿੰਡ ਨੰਬਰ ਤੇ ਸਾਡੇ ਕੋਲ ਰੀਨਲ ਫੇਲੀਅਰ ਦੇ ਬਹੁਤ ਕੇਸਿਸ ਆਉਂਦੇ ਆ ਜਿਹੜਾ ਕਿ ਇੱਕ ਆਫਟਰ ਇਫੈਕਟ ਹੁੰਦਾ ਹੈ ਡਾਇਬਟੀਜ਼ ਦਾ ਹੀ। ਉਸ ਕੇਸਿਸ ਦੇ ਵਿੱਚ ਵੀ ਉਹ ਪ੍ਰੋਬਲਮ ਹੈ ਜਿਹੜੀ ਪੇਸ਼ੈਂਟ ਡਾਇਲਿਸਿਸ ਤੇ ਜਾਂਦਾ ਹੈ ਔਰ ਡਾਇਲਿਸਿਸ ਡਿਪੈਂਡੈਂਟ ਹੋ ਜਾਂਦੀ ਹੈ ਉਹਦੀ ਬਾਡੀ, ਬਟ ਇਨ ਹੋਮਿਓਪੈਥੀ ਇਹ ਡਿਜ਼ੀਜ਼ ਹੈ ਜਿਹੜੀ ਕਿਉਰੇਬਲ ਹੈਗੀ ਹੈ ਵਿਦ ਦਾ ਹੋਮਿਓਪੈਥਿਕ ਮੈਡੀਸਿਨਸ। ਥਰਡ ਨੰਬਰ ਤੇ ਤੁਸੀਂ ਅਸਥਮਾ ਲੈ ਲਓ, ਕੈਂਸਰ ਲੈ ਲਓ, ਬਹੁਤ ਸਾਰੀਆਂ ਐਲਰਜਿਕ ਕੰਡੀਸ਼ਨਸ ਹੁੰਦੀਆਂ ਨੇ, ਐਲਰਜਿਕ ਰਾਈਨਾਈਟਿਸ, ਸਾਈਨੋਸਾਈਟਿਸ ਐਂਡ ਵੀਟ ਐਲਰਜੀ ਹੋ ਗਈ, ਲਾਈਕ ਜਿੰਨੀਆਂ ਵੀ ਇਨਕਿਉਰੇਬਲ ਚੀਜ਼ਾਂ ਨੇ ਅੱਜ ਦੀ ਡੇਟ 'ਚ ਐਲੋਪੈਥੀ ਦੇ ਵਿੱਚ, ਜਿਹਦੇ ਵਿੱਚ ਤੁਹਾਨੂੰ ਲਾਈਫ ਲੌਂਗ ਮੈਡੀਸਿਨ ਤੇ ਹੀ ਡਿਪੈਂਡ ਰਹਿਣਾ ਪਏਗਾ ਜਾਂ ਫਿਰ ਕਿਸੇ ਸਰਜਰੀ ਵੱਲ ਜਾਣਾ ਪਏਗਾ ਜਾਂ ਫਿਰ ਕੋਈ ਆਰਗਨ ਟ੍ਰਾਂਸਪਲਾਂਟ ਕਰਾਉਣਾ ਪਏਗਾ, ਲੀਵਰ ਟ੍ਰਾਂਸਪਲਾਂਟ ਕਰਾ ਲਓ, ਕਿਡਨੀ ਟ੍ਰਾਂਸਪਲਾਂਟ ਕਰਾ ਲਓ, ਉਹ ਸਾਰੀਆਂ ਕੰਡੀਸ਼ਨਸ ਹੋਮਿਓਪੈਥੀ ਦੇ ਵਿੱਚ ਕਿਉਰੇਬਲ ਨੇ। ਮਤਲਬ ਜੇ ਅਸੀਂ ਕਹੀਏ ਕਿ ਹੋਮਿਓਪੈਥੀ ਹਰ ਬਿਮਾਰੀ ਦਾ ਇਲਾਜ ਕਰਦੀ ਹੈ ਤੇ ਗਲਤ ਨਹੀਂ ਹੋਏਗਾ। ਹੋਮਿਓਪੈਥੀ ਦੇ ਵਿੱਚ ਵਾਕਈ ਸਾਨੂੰ ਸਾਰੀ ਪ੍ਰੋਬਲਮਸ ਦਾ ਜਿਹੜਾ ਹੱਲ ਹੈ ਉਹ ਮਿਲ ਜਾਂਦਾ। ਬਿਲਕੁਲ ਠੀਕ ਹੈ। ਤੇ ਜੇ ਗੱਲ ਹੁਣੇ ਕਰੀਏ ਕਿ ਜਿੱਦਾਂ ਕਿਹਾ ਜਾਂਦਾ ਇੱਕ ਮਿੱਥ ਹੈ ਕਿ ਜੇ ਅਸੀਂ ਹੋਮਿਓਪੈਥੀ ਮੈਡੀਸਿਨ ਲੈ ਰਹੇ ਹਾਂ ਤੇ ਸਾਨੂੰ ਬਹੁਤ ਪਰਹੇਜ਼ ਕਰਨਾ ਪਏਗਾ, ਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਮੈਨੂੰ 9-10 ਸਾਲ ਹੋ ਗਏ ਕਲੀਨਿਕ ਤੇ ਪ੍ਰੈਕਟਿਸ ਕਰਦੀ ਨੂੰ, ਮੈਂ ਅੱਜ ਤੱਕ ਕਦੇ ਕਿਸੇ ਪੇਸ਼ੈਂਟ ਨੂੰ ਐਦਾਂ ਕੋਈ ਕੱਚਾ ਪਿਆਜ਼, ਲਸਣ, ਇਹ ਮੇਜਰ ਪਰਹੇਜ਼ ਜਿਹੜੇ ਆਮ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਰਹਿੰਦੀ ਹੈ ਕਿ ਅਸੀਂ ਨਹੀਂ ਕਰ ਸਕਦੇ, ਮੈਂ ਕਦੇ ਕਿਸੇ ਪੇਸ਼ੈਂਟ ਨੂੰ ਐਦਾਂ ਨਹੀਂ ਕਿਹਾ ਹੈਗਾ। ਤੁਹਾਨੂੰ ਮੈਂ ਦੱਸਦੀ ਹਾਂ ਇੱਕ ਇਹਦੀ ਸੱਚਾਈ ਦੱਸਦੀ ਹਾਂ ਅੱਜ। ਇਹਦੇ ਵਿੱਚ ਕੀ ਹੈ ਕਿ ਸਾਡੀਆਂ ਕੁਝ ਮੈਡੀਸਿਨਸ ਨੇ ਜਿਹੜੀਆਂ ਮੇਜਰ ਪਾਰਟ ਆਫ ਮੈਡੀਸਿਨ ਸਾਡਾ ਪਲਾਂਟ ਕਿੰਗਡਮ ਤੋਂ ਹੀ ਬਣਦਾ ਹੈ। ਇਸ ਤੋਂ ਇਲਾਵਾ ਮਿਨਰਲ ਹੋ ਗਏ, ਐਨੀਮਲਸ ਹੋ ਗਏ, ਇਨਫੀਡੀਅਰਸ ਹੋ ਗਏ, ਸਾਰਿਆਂ ਤੋਂ ਬਣਦੀਆਂ ਨੇ, ਬਟ ਮੇਜਰ ਪਲਾਂਟਸ ਤੋਂ ਬਣਦਾ ਹੈ। ਉਹਦੇ ਵਿੱਚ ਕੁਝ ਮੈਡੀਸਿਨਸ ਨੇ ਜਿਹੜੀਆਂ ਪਿਆਜ਼ ਤੋਂ ਵੀ ਬਣਦੀਆਂ ਨੇ। ਇੱਕ ਮੇਜਰ ਨਾਮ ਹੈ ਏਲੀਅਮ ਸੀਪਾ ਮੈਡੀਸਿਨ ਹੈ। ਇੱਕ ਮੈਡੀਸਿਨ ਸਾਡੀ ਹੈ ਕੌਫੀ ਤੋਂ ਬਣਦੀ ਹੈ, ਕੌਫੀ ਬੀਨਸ ਤੋਂ, ਕੌਫੀ ਅਕਰੂਡਾ। ਅਗਰ ਅਸੀਂ ਉਹ ਮੈਡੀਸਿਨ ਪੇਸ਼ੈਂਟ ਨੂੰ ਦੇ ਰਹੇ ਹਾਂ ਤਾਂ ਸਿਰਫ ਤੇ ਸਿਰਫ ਉਸ ਕੰਡੀਸ਼ਨ 'ਚ ਅਸੀਂ ਉਹ ਇਨਟੇਕ ਉਹਦਾ ਬੰਦ ਕਰਾਂਗੇ ਕਿ ਤੁਸੀਂ ਉਹ ਇਨਟੇਕ ਨਹੀਂ ਕਰਨਾ, ਕਿਉਂਕਿ ਉਧਰੋਂ ਸਾਡੀ ਮੈਡੀਸਿਨ ਜਾਰੀ ਹੋਏਗੀ ਔਰ ਪੇਸ਼ੈਂਟ ਉਹ ਵੀ ਇਨਟੇਕ ਕਰ ਰਿਹਾ ਹੋਏਗਾ ਤਾਂ ਸਾਡੀ ਮੈਡੀਸਿਨ ਦੇ ਫੰਕਸ਼ਨਿੰਗ 'ਚ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ। ਸਿਰਫ ਉਸ ਕੰਡੀਸ਼ਨਸ ਮੈਂ ਇਹ ਪਰਹੇਜ਼ ਦੱਸਦੀ ਹੁੰਦੀ ਹਾਂ, ਅਦਰਵਾਈਜ਼ ਅਸੀਂ ਕੋਈ ਪਰਹੇਜ਼ ਨਹੀਂ ਦੱਸੀਦਾ ਪੇਸ਼ੈਂਟ ਨੂੰ। ਪੇਸ਼ੈਂਟ ਦੇ ਜਿਹੜੇ ਪਰਹੇਜ਼ ਹੁੰਦੇ ਆ ਉਹਦੀ ਡਿਜ਼ੀਜ਼ ਦੀ ਕੰਡੀਸ਼ਨ ਦੇ ਅਕੋਰਡਿੰਗ ਹੁੰਦੇ ਆ। ਡਾਇਬਟਿਕ ਹੈ ਤਾਂ ਡਾਇਬਟੀਜ਼ ਵਾਲੇ ਪਰਹੇਜ਼ ਹੋਣਗੇ, ਕਿਸੇ ਚੀਜ਼ ਤੋਂ ਐਲਰਜੀਕ ਹੈ ਤਾਂ ਉਹਦੇ ਉਸ ਤਰ੍ਹਾਂ ਦੇ ਹੋਣਗੇ, ਰੀਨਲ ਫੇਲੀਅਰ ਹੈ ਤਾਂ ਉਸ ਤਰ੍ਹਾਂ ਦੇ ਪਰਹੇਜ਼ ਚੱਲਣਗੇ, PCOD ਹੈ ਤਾਂ ਉਸ ਤਰ੍ਹਾਂ ਦੇ, ਮਤਲਬ ਜਿਹੜੇ ਪਰਹੇਜ਼ ਹੈ ਉਹ ਤੁਹਾਡੀ ਡਿਜ਼ੀਜ਼ ਦੇ ਉੱਪਰ ਡਿਪੈਂਡ ਕਰਦੇ ਆ, ਨਾ ਕਿ ਹੋਮਿਓਪੈਥਿਕ ਮੈਡੀਸਿਨਸ ਦਾ ਇੱਦਾਂ ਐਜ਼ ਸੱਚ ਕੋਈ ਪਰਹੇਜ਼ ਨਹੀਂ ਹੁੰਦੇ ਹੈਗੇ ਜੀ। ਮਤਲਬ ਇਹ ਅਸੀਂ ਆਪਣੇ ਦਿਮਾਗ ਦੇ ਵਿੱਚ ਬਿਠਾਇਆ ਹੋਇਆ ਹੈ ਕਿ ਸਾਨੂੰ ਬਹੁਤ ਪਰਹੇਜ਼ ਕਰਨੇ ਪੈਣਗੇ, ਪਰ ਜੇ ਅਸੀਂ ਹੋਮਿਓਪੈਥੀ ਮੈਡੀਸਿਨ ਲੈ ਰਹੇ ਹਾਂ ਤੇ ਬੜੀ ਕਲੀਅਰ ਡਾਕਟਰ ਕੰਗਨਾ ਨੇ ਸਮਝਾਇਆ ਕਿ ਜਿਹੜੀ ਸਾਨੂੰ ਪ੍ਰੋਬਲਮ ਹੈ ਉਹਦੇ ਨਾਲ ਰਿਲੇਟਿਡ ਅਸੀਂ ਪਰਹੇਜ਼ ਕਰਨੇ, ਇਹ ਪਰਹੇਜ਼ ਸਾਰਿਆਂ ਲਈ ਨਹੀਂ ਹੈ। ਤੇ ਇਹਦੇ ਨਾਲ ਇੱਕ ਹੋਰ ਮਿਥ ਜਿਹੜੀ ਹੈ ਕਿ ਆਮ ਤੌਰ ਤੇ ਕਹਿੰਦੇ ਨੇ ਕਿ ਸਲੋ ਪ੍ਰੋਸੈਸ ਹੈ ਹੋਮਿਓਪੈਥੀ। ਜੇ ਅਸੀਂ ਐਲੋਪੈਥੀ ਮੈਡੀਸਿਨ ਲੈਂਦੇ ਹਾਂ ਤਾਂ ਇੱਕਦਮ ਅਸੀਂ ਠੀਕ ਹੋ ਜਾਂਦੇ ਹਾਂ, ਅੱਛਾ ਮਹਿਸੂਸ ਕਰਦੇ ਹਾਂ, ਤੇ ਹੋਮਿਓਪੈਥੀ ਇੱਕ ਸਲੋ ਪ੍ਰੋਸੈਸ ਹੈ। ਦੇਖੋ ਇਹ ਬਿਲਕੁਲ ਹੀ ਇੱਕ ਗਲਤ ਧਾਰਨਾ ਹੈ ਲੋਕਾਂ ਦੇ ਵਿੱਚ। ਇਹਦਾ ਇੱਕ ਰੀਜ਼ਨ ਇਹ ਹੈ ਕਿ ਕੁਝ ਲੋਕ ਹੈਗੇ ਨੇ ਜਿਹੜੇ ਗਲਤ ਤਰੀਕੇ ਨਾਲ ਹੋਮਿਓਪੈਥੀ ਨੂੰ ਲੋਕਾਂ ਸਾਹਮਣੇ ਲੈ ਕੇ ਆ ਰਹੇ ਨੇ ਜਾਂ ਪ੍ਰੈਕਟਿਸ ਕਰ ਰਹੇ ਨੇ। ਮੈਂ ਉਹਨਾਂ ਬਾਰੇ ਐਜ਼ ਸੱਚ ਕੁਝ ਕਹਿਣਾ ਨਹੀਂ ਚਾਹਾਂਗੀ, ਬਟ ਹੋਮਿਓਪੈਥੀ ਬਹੁਤ ਹੀ ਜ਼ਿਆਦਾ ਫਾਸਟ ਐਕਟਿੰਗ ਹੈ। ਇਸ ਤੋਂ ਜ਼ਿਆਦਾ ਫਾਸਟ ਐਕਟਿੰਗ ਤਾਂ ਮੈਂ ਅੱਜ ਦੀ ਡੇਟ 'ਚ ਕੋਈ ਪੇਨ ਕਿਲਰ ਵੀ ਨਹੀਂ ਦੇਖੀ ਹੈ। ਅੱਛਾ। ਕਿਉਂਕਿ ਮੇਰੇ ਕੋਲ ਕਲੀਨਿਕ ਤੇ ਬਹੁਤ ਐਸੇ ਕੇਸਿਸ ਆਉਂਦੇ ਨੇ,
ਪੇਸ਼ੈਂਟ ਆਣਗੇ ਨਿਊਰਲਜੀ ਹੈ, ਫੇਸ਼ੀਅਲ ਨਿਊਰਲਜੀ ਹੈ, ਮਾਈਗ੍ਰੇਨ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਐਕਿਊਟ ਕੰਡੀਸ਼ਨ, ਐਕਿਊਟ ਪੇਨ ਦੇ ਵਿੱਚ ਹੈ, ਤਾਂ ਅਸੀਂ ਪੇਸ਼ੈਂਟ ਨੂੰ ਕੋਲ ਬਿਠਾ ਕੇ ਵਿਦਿਨ 5 to 10 ਮਿੰਟਸ ਠੀਕ ਕਰ ਦਿੰਦਾ। ਬਸ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਦਾਂ ਦੀ ਮੈਡੀਸਿਨ, ਤੁਹਾਡੀ ਸਿਲੈਕਸ਼ਨ ਆਫ ਮੈਡੀਸਿਨ ਦਾ ਵੇ ਕੀ ਹੈ ਔਰ ਤੁਸੀਂ ਉਹਨੂੰ ਮੈਡੀਸਿਨ ਦੀ ਰਿਪੀਟੇਸ਼ਨ ਕਿਸ ਤਰੀਕੇ ਨਾਲ ਕਰ ਰਹੇ ਹੋ। ਕਈ ਵਾਰੀ ਸਾਨੂੰ ਜ਼ਰੂਰਤ ਹੁੰਦੀ ਹੈ ਕਿ 1-1 ਮਿੰਟ ਬਾਅਦ ਪੇਸ਼ੈਂਟ ਦੇ ਟੰਗ ਤੇ ਸਾਨੂੰ ਮੈਡੀਸਿਨ ਦੀ ਡ੍ਰੌਪਸ ਡਾਲਣੀ ਪੈਂਦੀ ਹੈ। ਡਿਪੈਂਡ ਕਰਦਾ ਹੈ ਉਹਦੀ ਕੰਡੀਸ਼ਨ ਤੇ। ਤਾਂ ਹੋਮਿਓਪੈਥੀ ਮਿਰੈਕਲਸ ਕਰਦੀ ਹੈ ਐਕਿਊਟ ਕੇਸਿਸ ਦੇ ਵਿੱਚ ਵੀ। ਕ੍ਰੋਨਿਕ ਦੇ ਲਈ ਤਾਂ ਇਹ ਸਾਰਿਆਂ ਨੂੰ ਪਤਾ ਹੀ ਹੈ ਕਿ ਕ੍ਰੋਨਿਕ ਦੀ ਤਾਂ ਹੈ ਹੀ ਹੈ ਪੈਥੀ, ਬਟ ਐਕਿਊਟ ਕੇਸਿਸ 'ਚ ਵੀ ਇਹ ਬਹੁਤ ਅੱਛਾ ਕੰਮ ਕਰਦੀ ਹੈ ਔਰ ਵਿਦਿਨ ਫ੍ਰੈਕਸ਼ਨ ਆਫ ਕਈ ਵਾਰੀ ਸੈਕਿੰਡਸ ਇਹ ਕੰਮ ਕਰ ਜਾਂਦੀ ਹੈਗੀ ਹੈ। ਜੀ ਜੀ ਬਿਲਕੁਲ ਠੀਕ ਹੈ। ਤੇ ਜੇ ਕੁਝ ਟਾਈਮ ਪਹਿਲੇ ਦੇਖੀਏ ਤਾਂ ਹੋਮਿਓਪੈਥੀ ਮੈਡੀਸਿਨਸ ਦੇ ਵਿੱਚ ਸਿਰਫ ਵਾਈਟ ਗੋਲੀਆਂ, ਜਿਹਨੂੰ ਸ਼ੂਗਰ ਦੀਆਂ ਗੋਲੀਆਂ, ਉਹੀ ਦਿੱਤੀਆਂ ਜਾਂਦੀਆਂ ਸੀ। ਪਰ ਕੀ ਅੱਜ ਦੇ ਟਾਈਮ ਦੇ ਵਿੱਚ ਹੋਮਿਓਪੈਥੀ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਹੋਰ ਬਹੁਤ ਸਾਰੀਆਂ ਮੈਡੀਸਿਨ ਹੁਣ ਆ ਚੁੱਕੀਆਂ ਨੇ, ਸਿਰਫ ਚਿੱਟੀਆਂ ਗੋਲੀਆਂ ਹੀ ਨਹੀਂ, ਹੋਰ ਵੀ ਬਹੁਤ ਕੁਝ ਹੈ। ਦੇਖੋ ਹੋਮਿਓਪੈਥੀ ਦੇ ਵਿੱਚ 5000 ਪਲੱਸ ਮੈਡੀਸਿਨਸ ਨੇ ਜਿਹੜੀਆਂ ਕਿ ਹਿਊਮਨ ਬੀਇੰਗਸ ਤੇ ਪ੍ਰੂਵ ਹੋਈਆਂ ਨੇ। ਤੁਸੀਂ ਆਮ ਦੇਖਦੇ ਹੋ ਨਾ, ਜਿਹੜੀਆਂ ਐਲੋਪੈਥਿਕ ਮੈਡੀਸਿਨਸ ਜਾਂ ਹੋਰ ਕੋਈ ਵੀ ਮੈਡੀਸਿਨਸ ਨੇ, ਉਹ ਹਿਊਮਨਸ ਤੇ ਪ੍ਰੂਵ ਨਹੀਂ ਹੋਈਆਂ। ਦੇ ਆਰ ਪ੍ਰੂਵਿੰਗ ਦ ਮੈਡੀਸਿਨਲ ਸਬਸਟੈਂਸਸ ਔਨ ਦ ਐਨੀਮਲਸ। ਉਹ ਸਾਰੀਆਂ ਜਾਨਵਰਾਂ ਤੇ ਜੀਵ ਜੰਤੂਆਂ ਤੇ ਪ੍ਰੂਵ ਹੋਈਆਂ ਨੇ। ਸਾਡੀਆਂ ਮੈਡੀਸਿਨਸ ਇੱਕ ਹਿਊਮਨ ਬੀਇੰਗ ਤੇ ਅਪਰੂਵ ਹੈ ਔਰ ਇਸ ਤੋਂ ਬਾਅਦ ਹਰ ਤਰ੍ਹਾਂ ਦੇ ਏਜ ਗਰੁੱਪ ਤੇ, ਹਰ ਤਰ੍ਹਾਂ ਦੇ ਇਨਸਾਨ ਤੇ, ਫੀਮੇਲਸ ਤੇ, ਮੇਲਸ ਤੇ, ਬੱਚਿਆਂ ਤੇ, ਬਜ਼ੁਰਗਾਂ ਤੇ, ਮਿਡਲ ਏਜ ਤੇ ਔਰ ਇੱਕ ਹੈਲਦੀ ਬੰਦੇ ਤੇ, ਇੱਕ ਮੈਂਟਲੀ ਵੀਕ ਬੰਦੇ ਤੇ, ਹਰ ਇੱਕ ਤਰ੍ਹਾਂ ਦੇ ਬੰਦੇ ਨੂੰ ਗਰੁੱਪ ਬਣਾ ਕੇ ਸਾਡੀ ਮੈਡੀਸਿਨਸ ਪ੍ਰੂਵ ਹੋਈਆਂ ਨੇ। ਇੱਕ ਪ੍ਰੂਵਡ ਸਾਇੰਸ ਹੈ, ਕੋਈ ਐਦਾਂ ਦੀ ਮਿਥ ਵਾਲੀ ਸਾਇੰਸ ਨਹੀਂ ਹੈ, ਪ੍ਰੂਵਡ ਹੈ, ਸਾਇੰਟੀਫਿਕਲੀ ਪ੍ਰੂਵਡ ਚੀਜ਼ਾਂ ਨੇ। ਤੁਹਾਨੂੰ ਮਿੱਠੀਆਂ ਗੋਲੀਆਂ ਦਾ ਰਾਜ਼ ਵੀ ਮੈਂ ਦੱਸ ਦਿੰਦੀ ਹਾਂ ਕਿ ਉਹ ਐਕਚੁਅਲ ਦੇ ਵਿੱਚ ਉਹ ਮਿੱਠੀਆਂ ਗੋਲੀਆਂ ਹੈ ਕੀ ਨੇ। ਦੇਖੋ ਅਸੀਂ ਆਮ ਟਰੈਵਲ ਕਰੀਦਾ, ਸਾਡੇ ਲਈ ਸਾਨੂੰ ਕੋਈ ਨਾ ਕੋਈ ਕਨਵੈਂਸ ਚਾਹੀਦੀ ਹੈ, ਵਹੀਕਲ ਚਾਹੀਦਾ ਹੈ। ਜਿਹੜੀਆਂ ਮਿੱਠੀਆਂ ਗੋਲੀਆਂ ਨੇ ਦੇ ਆਰ ਜਸਟ ਦਾ ਕਨਵੈਂਸ। ਉਹ ਸਿਰਫ ਇੱਕ ਕਨਵੈਂਸ ਦਾ ਕੰਮ ਕਰਦੀਆਂ ਨੇ ਮੈਡੀਸਿਨ ਨੂੰ ਸਾਡੀ ਬੋਡੀ 'ਚ ਅੰਦਰ ਲੈ ਕੇ ਜਾਣ ਦੇ ਲਈ। ਉਹਦਾ ਇੱਕ ਮੇਜਰ ਰੀਜ਼ਨ ਇਹ ਹੈ ਕਿਉਂਕਿ ਅਸੀਂ ਡੋਜ਼ ਦੀ ਕੁਆਂਟੀਟੀ ਬਹੁਤ ਘੱਟ ਰੱਖੀ ਦੀ ਹੈ, ਇਸ ਲਈ ਅਸੀਂ ਮਿੱਠੀ ਗੋਲੀ ਦੇ ਵਿੱਚ ਪਾ ਕੇ ਉਹਨੂੰ ਦੇਈਦਾ। ਸੈਕਿੰਡ ਨੰਬਰ ਤੇ ਕਈ ਪੇਸ਼ੈਂਟਸ ਇੰਨੇ ਸੈਂਸਿਟਿਵ ਹੁੰਦੇ ਨੇ, ਜੇ ਅਸੀਂ ਉਹਨਾਂ ਨੂੰ ਡਾਇਰੈਕਟ ਮੈਡੀਸਿਨ ਦਈਏ ਤਾਂ ਉਹਨਾਂ ਦੀਆਂ ਟੰਗਸ ਤੇ ਅਲਸਰਸ ਹੋਣ ਦੇ ਚਾਂਸਸ ਹੁੰਦੇ ਨੇ। ਅੱਛਾ। ਕਿਉਂਕਿ ਅਸੀਂ ਕਈ ਵਾਰੀ ਰਿਪੀਟੇਸ਼ਨ, ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ, 1-2 ਮਿੰਟ ਬਾਅਦ ਵੀ ਰਿਪੀਟੇਸ਼ਨ ਕਰਨੀ ਪੈਂਦੀ ਹੈ ਐਕਿਊਟ ਕੇਸਿਸ ਦੇ ਵਿੱਚ। ਕਈ ਵਾਰੀ 5 to 6 ਟਾਈਮ ਸਾਨੂੰ ਰਿਪੀਟੇਸ਼ਨ ਕਰਨੀ ਪੈਂਦੀ ਹੈ ਐਕਿਊਟ ਕੰਡੀਸ਼ਨਸ ਦੇ ਵਿੱਚ ਇੱਕ ਦਿਨ ਦੇ ਵਿੱਚ। ਇੰਨੀ ਵਾਰੀ ਤੁਸੀਂ ਉਹ ਮੈਡੀਸਿਨਸ ਦੀਆਂ ਡ੍ਰੌਪਸ ਜੋ ਕਿ ਬਹੁਤ ਸਟਰੋਂਗ ਹੁੰਦੀਆਂ ਨੇ, ਜੇ ਡਾਇਰੈਕਟ ਆਪਣੀ ਟੰਗ ਤੇ ਪਾਓਗੇ ਤਾਂ ਅਲਸਰਸ ਹੋ ਜਾਂਦੇ ਨੇ ਪੇਸ਼ੈਂਟਸ ਨੂੰ। ਇਸ ਲਈ ਅਸੀਂ ਮਿੱਠੀਆਂ ਗੋਲੀਆਂ ਦੇ ਵਿੱਚ ਪਾ ਕੇ ਦੇ ਦੀਆਂ। ਤਾਂ ਮਿੱਠੀਆਂ ਗੋਲੀਆਂ 'ਚ ਕੋਈ ਮੈਡੀਸਿਨ ਨਹੀਂ ਹੈ, ਦੇ ਆਰ ਜਸਟ ਗਲੋਬਿਊਲਸ। ਉਹਨੂੰ ਅਸੀਂ ਗਲੋਬਿਊਲਸ ਕਹਿੰਦੇ ਆ। ਤਾਂ ਉਹ ਸਿਰਫ ਕਨਵੈਂਸ ਦਾ ਹੀ ਕੰਮ ਕਰਦੀਆਂ ਨੇ। ਜੀ। ਤੇ ਕਿਉਂਕਿ ਜਿਸ ਤਰ੍ਹਾਂ ਮਿੱਠੀਆਂ ਗੋਲੀਆਂ ਬਾਰ-ਬਾਰ ਅਸੀਂ ਨਾਮ ਲੈ ਰਹੇ ਹਾਂ, ਤੇ ਡਾਇਬੀਟੀਜ਼ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਲਈ ਵੀ ਇਹ ਪੂਰੀ ਤਰ੍ਹਾਂ ਸੇਫ ਹੁੰਦੀਆਂ? ਹਾਂਜੀ, ਇਹ ਬਿਲਕੁਲ ਸੇਫ ਨੇ। 101% ਮੈਂ ਕਹਾਂਗੀ ਕਿ ਇਹ ਸੇਫ ਨੇ। ਇਹਨਾਂ ਦੇ ਵਿੱਚ ਕਿਉਂਕਿ ਸ਼ੂਗਰ ਕੰਟੈਂਟ ਬਹੁਤ ਘੱਟ ਹੁੰਦਾ ਹੈ, ਬਹੁਤ ਹੀ ਜ਼ਿਆਦਾ ਮਾਈਨਿਊਟ। ਇਸ ਤੋਂ ਜ਼ਿਆਦਾ ਸ਼ੂਗਰ ਦਾ ਅਸੀਂ ਰੋਜ਼ ਜਿਹੜੀ ਰੋਟੀ ਖਾਂਦੇ ਆ ਨਾ, ਵੀਟ ਅਸੀਂ ਜਿਹੜਾ ਲੈਂਦੇ ਆ, ਉਹਦੇ ਵਿੱਚ ਇਸ ਤੋਂ ਬਹੁਤ ਹਾਈ ਸ਼ੂਗਰ ਮਿਲਦੀ ਹੈ ਸਾਨੂੰ। ਬਟ ਇਹ ਗਲੋਬਿਊਲਸ ਦੇ ਵਿੱਚ ਇੰਨਾ ਸ਼ੂਗਰ ਕੰਟੈਂਟ ਨਹੀਂ ਹੁੰਦਾ ਹੈਗਾ। ਈਵਨ ਮੈਂ ਤਾਂ ਆਪਣੇ ਕਈ ਵਾਰੀ ਰਿਕਮੈਂਡ ਕਰ ਦਿੰਦੀ ਹੁੰਦੀ ਹਾਂ, ਮੇਰੇ ਡਾਇਬੀਟੀਜ਼ ਦੇ ਪੇਸ਼ੈਂਟ ਹੈ, ਮੈਂ ਉਹਨਾਂ ਨੂੰ ਵੀ ਦੇ ਸਕਦੀ ਹਾਂ ਇਹ ਮੈਡੀਸਿਨ। ਬਟ ਇਹ ਹੈ ਕਿ ਅਸੀਂ ਡਾਇਬੀਟੀਜ਼ ਪੇਸ਼ੈਂਟ ਨੂੰ ਪ੍ਰੈਫਰ ਕਰੀਦਾ ਕਿ ਅਸੀਂ ਡ੍ਰੌਪਸ ਦੇ ਵਿੱਚ ਬਣਾ ਕੇ ਦੇ ਦਈਏ, ਮਾਈਨਿਊਟ ਕਰਕੇ ਦੇ ਦਈਏ ਹੋਰ ਡੋਜ਼। ਬਟ ਅਸੀਂ ਗਲੋਬਿਊਲਸ ਦੇ ਵਿੱਚ ਵੀ ਦੇ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਜਿਸ ਤਰ੍ਹਾਂ ਗੱਲ ਹੁਣ ਕਰਦੇ ਹਾਂ ਇਮਿਊਨਿਟੀ ਦੀ, ਪਿਛਲਾ ਟਾਈਮ ਵਿੱਚ ਜਿੱਦਾਂ ਕਰੋਨਾ ਦਾ ਟਾਈਮ ਜਿੱਦਾਂ ਚੱਲ ਰਿਹਾ ਸੀ, ਤੇ ਹੁਣ ਵੀ ਜਿੱਦਾਂ ਓਮਿਕਰੋਨ ਦਾ ਖਤਰਾ ਮੰਡਰਾ ਰਿਹਾ, ਤੇ ਹਰ ਕੋਈ ਕਹਿ ਰਿਹਾ ਕਿ ਆਪਣੀ ਇਮਿਊਨਿਟੀ ਜੇ ਸਟਰੋਂਗ ਹੋਏਗੀ ਤੇ ਬਿਮਾਰੀਆਂ ਸਾਡੇ ਤੱਕ ਨਹੀਂ ਪਹੁੰਚ ਸਕਦੀਆਂ। ਹੋਮਿਓਪੈਥੀ ਮੈਡੀਸਿਨਸ ਦੇ ਨਾਲ ਅਸੀਂ ਆਪਣੀ ਇਮਿਊਨਿਟੀ ਨੂੰ ਕਿੱਦਾਂ ਸਟਰੋਂਗ ਕਰ ਸਕਦੇ ਹਾਂ? ਦੇਖੋ ਹੋਮਿਓਪੈਥੀ ਹੈ ਨਾ ਜਿਹੜੀ, ਇਹ ਬੇਸਿਕਲੀ ਕੰਮ ਹੀ ਸਾਡੀ ਇਮਿਊਨਿਟੀ ਦੇ ਨਾਲ ਮਿਲ ਕੇ ਕਰਦੀ ਹੈ। ਇਹ ਇਕੱਲੀ ਕੁਛ ਨਹੀਂ ਕਰਦੀ, ਇਹ ਬੇਸਿਕਲੀ ਸਾਡੀ ਇਮਿਊਨ ਸਿਸਟਮ ਨੂੰ ਹੀ ਕਵਰ ਕਰਦੀ ਹੈ। ਦੇਖੋ ਕੁਦਰਤ ਨੇ ਜਦੋਂ ਇੱਕ ਇਨਸਾਨ ਨੂੰ ਬਣਾਇਆ ਸੀ, ਉਹਨੇ ਸਾਰਾ ਕੁਝ ਆਲਰੇਡੀ ਸਾਡੇ 'ਚ ਪਾ ਕੇ ਭੇਜਿਆ। ਆਮ ਸਾਨੂੰ ਕੋਲਡ ਹੋ ਜਾਏਗਾ ਨਾ, 3 ਡੇਜ਼ ਦੇ ਵਿੱਚ ਉਹ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਅਗਰ ਅਸੀਂ ਕੋਈ ਮੈਡੀਸਿਨ ਨਹੀਂ ਲੈਂਦੇ। ਇਨ ਕੇਸ ਅਸੀਂ ਸਿਟਰਾਜ਼ਿਨ ਖਾ ਰਹੇ ਹਾਂ, ਕੋਈ ਐਂਟੀਬਾਇਓਟਿਕ ਖਾ ਰਹੇ ਹਾਂ, ਤਾਂ ਉਹ ਕੋਲਡ ਤਾਂ ਠੀਕ ਹੋ ਜਾਏਗਾ, ਬਟ ਉਹ ਕੰਜੈਸ਼ਨ ਬਣ ਜਾਏਗੀ ਜਿਹੜੀ 10-15 ਦਿਨ ਨਹੀਂ ਜਾਏਗੀ ਉਸ ਤੋਂ ਬਾਅਦ। ਠੀਕ ਹੈ, ਜੇ ਅਸੀਂ ਉਹਨੂੰ ਅਸੀਂ ਇਕੱਲੀ ਇਮਿਊਨਿਟੀ ਤੇ ਛੱਡ ਦਈਏ ਤਾਂ ਵਿਦਿਨ 3 ਡੇਜ਼ ਤੁਸੀਂ ਆਟੋਮੈਟਿਕਲੀ ਠੀਕ ਹੋ ਜਾਣਾ। ਠੀਕ ਹੈ। ਹੁਣ ਦੂਸਰੇ ਨੰਬਰ ਤੇ ਜਦੋਂ ਅਸੀਂ ਐਂਟੀਬਾਇਓਟਿਕ ਖਾਦੇ, ਉਹਨੇ ਇਮਿਊਨਿਟੀ ਸਾਡੀ ਹੋਰ ਡਾਊਨ ਕਰ ਦਿੱਤੀ ਕਿ ਨੈਕਸਟ ਟਾਈਮ ਸਾਨੂੰ 10-15 ਦਿਨ ਕੰਜੈਸ਼ਨ ਰਹੀ, ਉਸ ਤੋਂ ਬਾਅਦ ਫਿਰ ਸਾਨੂੰ ਥੋੜੀ ਜਿਹੀ ਹਵਾ ਲੱਗੀ, ਠੰਡ ਲੱਗੀ, ਦੁਬਾਰਾ ਤੋਂ ਸਾਨੂੰ ਫਿਰ ਉਹੀ ਪ੍ਰੋਬਲਮ ਆ ਗਈ। ਇਸ ਤਰੀਕੇ ਨਾਲ ਸਾਡੀ ਇਮਿਊਨਿਟੀ ਡਾਊਨ ਹੁੰਦੀ ਹੈ। ਹੁਣ ਹੋਮਿਓਪੈਥੀ ਕੀ ਕਰਦੀ ਹੈ? ਹੋਮਿਓਪੈਥੀ ਦਾ ਨਾ ਇੱਕ ਲਾਅ ਹੈ, ਲਾਅ ਆਫ ਨੇਚਰ ਵੀ ਉਹਨੂੰ ਕਹਿੰਦੇ ਆ। ਹੋਮਿਓਪੈਥੀ ਐਕਚੁਅਲ ਦੇ ਵਿੱਚ ਸਾਡੀ ਇਮਿਊਨ ਸਿਸਟਮ, ਸਾਡੀ ਵਾਈਟਲ ਫੋਰਸ ਤੇ ਐਕਟ ਕਰਦੀ ਹੈ।
ਜਿੱਥੇ ਉਹ ਲੋ ਹੋ ਰਹੀ ਹੈ ਜੀ, ਉਹਨੂੰ ਜੀ। ਬੂਸਟ ਅਪ ਕਰ ਦਿੰਦੀ ਹੈ। ਤਾਂ ਹੁਣ ਜੇ ਆਪਾਂ ਗੱਲ ਕਰੀਏ ਕੋਵਿਡ ਦੀ, ਕੋਰੋਨਾ ਦੀ, ਜੋ ਲਾਸਟ ਟਾਈਮ ਗਿਆ, ਤਾਂ ਇਸ ਟਾਈਮ ਤੇ ਸਾਡੀਆਂ ਬਹੁਤ ਮੈਡੀਸਿਨ ਸੀਗੀਆਂ। ਜ਼ਿਆਦਾ ਜਿਹੜੀ ਗਵਰਨਮੈਂਟ ਨੇ ਰਿਕਮੈਂਡ ਕੀਤੀ ਸੀਗੀ ਉਹ ਸੀਗੀ ਆਰਸੈਨਿਕ ਐਲਬਮ 30 ਪੋਟੈਂਸੀ ਦੇ ਵਿੱਚ। ਮਤਲਬ ਬਹੁਤ ਜ਼ਿਆਦਾ ਡਿਸਟ੍ਰੀਬਿਊਟ ਹੋਈ ਹੈ ਔਰ ਇਹ ਦੇਖਿਆ ਗਿਆ, ਇਹ ਬਹੁਤ ਸਾਰੇ ਪ੍ਰੂਵਡ ਕੇਸਿਸ ਆਏ ਨੇ ਸਾਡੇ ਸਾਹਮਣੇ ਕਿ ਜਿਨ੍ਹਾਂ ਨੂੰ ਮੈਡੀਸਿਨ ਦਿੱਤੀ ਗਈ ਆ ਉਹਨਾਂ ਨੂੰ ਕੋਵਿਡ ਨਹੀਂ ਹੋਇਆ। ਅਗਰ ਇਨ ਕੇਸ ਕਿਸੇ ਨੂੰ ਹੋਇਆ ਤਾਂ ਬਹੁਤ ਮਾਈਲਡ ਸਿੰਪਟਮਸ ਆਏ ਆ। ਔਰ ਇਸ ਤੋਂ ਇਲਾਵਾ ਸਾਡੇ ਕੋਲ ਕਲੀਨਿਕ ਤੇ ਬਹੁਤ ਪੇਸ਼ੈਂਟਸ ਆਏ ਨੇ ਐਸੇ ਕੋਵਿਡ ਦੇ ਵੀ, ਜਿਨ੍ਹਾਂ ਨੂੰ ਕੋਵਿਡ ਪੋਜ਼ਿਟਿਵ ਸੀਗਾ ਔਰ ਉਹਨਾਂ ਨੇ ਸਿਰਫ ਤੇ ਸਿਰਫ ਹੋਮਿਓਪੈਥਿਕ ਮੈਡੀਸਿਨਸ ਲਿੱਤੀਆਂ ਨੇ। ਹਸਪੀਟਲਾਈਜ਼ ਨਹੀਂ ਹੋਣ ਦਿੱਤੇ ਅਸੀਂ ਉਹ ਪੇਸ਼ੈਂਟਸ, ਘਰਾਂ ਦੇ ਵਿੱਚ ਰਹਿ ਕੇ ਹੀ ਪ੍ਰੋਪਰ ਪ੍ਰੀਕਾਸ਼ਨਸ ਦੇ ਨਾਲ ਵਿਦ ਹੋਮਿਓਪੈਥਿਕ ਮੈਡੀਸਿਨਸ ਹਫਤੇ 10 ਦਿਨ ਦੇ ਵਿੱਚ ਉਹ ਰਿਕਵਰ ਹੋਏ ਨੇ ਬਹੁਤ ਹੀ ਅੱਛੀ ਤਰੀਕੇ ਨਾਲ। ਜਦ ਕਿ ਅਸੀਂ ਉਹਦੇ ਦੂਜੇ ਪਾਸੇ ਜੇ ਦੂਸਰੀ ਮੈਡੀਸਿਨਸ ਦੀ ਗੱਲ ਕਰੀਏ, ਜਿਹੜੇ ਹਾਈ ਐਂਡ ਸਟੀਰੋਇਡਸ ਪੇਸ਼ੈਂਟਸ ਨੂੰ ਦਿੱਤੇ ਗਏ ਨੇ, ਰੀਸੈਂਟਲੀ ਹਲੇ ਥੋੜੇ ਦਿਨ ਦੀ ਗੱਲ ਹੈ, ਹਫਤਾ ਵੀ ਨਹੀਂ ਹੋਇਆ, ਮੇਰੇ ਕੋਲ ਇੱਕ ਕੇਸ ਆਇਆ, 35 ਇਅਰਸ 올ਡ ਮੈਨ ਹੈ। ਮਤਲਬ ਉਹਨੂੰ ਸਟੀਰੋਇਡਸ ਦੀ ਵਜ੍ਹਾ ਕਰਕੇ ਉਹਦੇ AVN ਵੈਸਕੂਲਰ ਨੈਕਰੋਸਿਸ ਹੋ ਗਿਆ, ਉਹਦੀਆਂ ਬੋਨਸ ਦੇ ਵਿੱਚ ਨੈਕਰੋਸਿਸ ਹੋਣਾ ਸਟਾਰਟ ਹੋ ਗਿਆ, ਜਿਹਦਾ ਕਿ ਇੱਕ ਮੇਜਰ ਰੀਜ਼ਨ ਇਹੀ ਹੁੰਦਾ ਕਿ ਹਾਈ ਐਂਡ ਸਟੀਰੋਇਡਸ। ਤਾਂ ਮੈਂ ਇਹੀ ਗੱਲ ਕਰਨਾ ਚਾਹਾਂਗੀ, ਜੇ ਸਾਡੇ ਕੋਲ ਇਦਾਂ ਦਾ ਸਿਸਟਮ ਹੈ, ਇਦਾਂ ਦੀਆਂ ਮੈਡੀਸਿਨਸ, ਇਦਾਂ ਦੀ ਸਾਇੰਸ ਹੈ ਜਿਹੜੀ ਲੋਕਾਂ ਦਾ ਕਿਤੇ ਨਾ ਕਿਤੇ ਭਲਾ ਕਰ ਸਕਦੀ ਹੈ, ਲੋਕਾਂ ਨੂੰ ਪ੍ਰੋਬਲਮਸ ਤੋਂ ਬਚਾ ਸਕਦੀ ਹੈ, ਤਾਂ ਸਾਨੂੰ ਸਭ ਤੋਂ ਪਹਿਲਾਂ ਫਸਟ ਆਫ ਆਲ ਉਹਨੂੰ ਯੂਜ਼ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ ਠੀਕ ਤੁਸੀਂ ਕਿਹਾ ਕਿ ਐਸੀ ਜੇ ਕੋਈ ਸਾਇੰਸ ਹੈ ਔਰ ਅਸੀਂ ਖੁਸ਼ਨਸੀਬ ਹਾਂ ਕਿ ਐਸੀ ਸਾਇੰਸ ਸਾਡੇ ਕੋਲ ਹੈ ਜਿਹੜੀ ਪੂਰੀ ਤਰ੍ਹਾਂ ਸਿਹਤ ਤੇ ਅਸਰਦਾਇਕ ਹੈ। ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਚੱਲ ਰਿਹਾ ਆਰੋਗ ਜੀਵਨ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ। ਡਾਕਟਰ ਕੰਗਨਾ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਹੈ। ਹੋਮਿਓਪੈਥੀ ਨੂੰ ਲੈ ਕੇ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਮਿਊਨਿਟੀ ਵਧਾਉਣ ਦੇ ਵਿੱਚ ਹੋਮਿਓਪੈਥੀ ਕਿੱਦਾਂ ਅਸਰ ਕਰਦੀ ਹੈ। ਤੇ ਹੁਣ ਡਾਕਟਰ ਸਾਹਿਬ ਤੁਹਾਡੇ ਤੋਂ ਇਹ ਜਾਣਾਂਗੇ ਕਿ ਜਿਸ ਤਰ੍ਹਾਂ ਹੁਣ ਚੇਂਜ ਆਫ ਸੀਜ਼ਨ ਦੀ ਅਸੀਂ ਗੱਲ ਕਰੀਏ ਕਿ ਹੁਣ ਸਰਦੀ ਦਾ ਮੌਸਮ ਜਿਹੜਾ ਆ ਚੁੱਕਿਆ, ਬੜੀ ਕਾਮਨ ਪ੍ਰੋਬਲਮ ਹੈ ਕਿ ਸਰਦੀਆਂ ਦੇ ਵਿੱਚ ਜ਼ੁਕਾਮ ਹੋ ਜਾਂਦਾ ਹੈ, ਖਾਂਸੀ ਹੋ ਜਾਂਦੀ ਹੈ, ਨੱਕ ਬੰਦ, ਰੇਸ਼ਾ, ਇਹ ਆਮ ਜਿਹੀਆਂ ਸਮੱਸਿਆਵਾਂ ਨੇ। ਤੇ ਇਹਦੇ ਲਈ ਅਸੀਂ ਕਿਹੜੀ ਹੋਮਿਓਪੈਥੀ ਮੈਡੀਸਿਨ ਸਾਨੂੰ ਲੈਣੀ ਚਾਹੀਦੀ ਹੈ ਤੇ ਕਦੋਂ ਲੈਣੀ ਚਾਹੀਦੀ ਹੈ? ਪਹਿਲੇ ਸਾਨੂੰ ਘਰੇਲੂ ਉਪਚਾਰ ਕਰਨੇ ਚਾਹੀਦੇ ਨੇ? ਦੇਖੋ, ਇਹਦੇ ਵਿੱਚ ਇੱਦਾਂ ਹੈ ਕਿ ਜਿਹੜੇ ਪੇਸ਼ੈਂਟਸ ਤਾਂ ਹੁਣ ਹੋਮਿਓਪੈਥੀ ਤੇ ਬਿਲੀਵ ਕਰਦੇ ਨੇ, ਉਹਨਾਂ ਨੂੰ ਪਤਾ ਹੈ, ਉਸ ਸਟਾਰਟਿੰਗ ਫੇਜ਼ ਦੇ ਵਿੱਚ ਹੀ ਸਾਡੇ ਕੋਲ ਆ ਜਾਂਦੇ ਹੈਗੇ। ਲਾਈਕ ਉਹ ਕਹਿੰਦੇ ਕਿ ਸਾਡੇ ਗਲੇ 'ਚ ਖਰਾਸ਼ ਹੋ ਰਹੀ ਹੈ, ਹਲਕੀਆਂ ਛਿੱਕਾਂ ਆ ਰਹੀਆਂ ਨੇ ਸਾਨੂੰ, ਤਾਂ ਅਸੀਂ ਉਹਨਾਂ ਨੂੰ 1-2 ਦਿਨ ਦੀ ਮੈਡੀਸਿਨ ਦੇਈਦੀ ਹੈ। ਅਗਰ ਮੈਂ 2 ਦਿਨ ਦੀ ਮੈਡੀਸਿਨ ਦਿੰਦੀ ਹਾਂ ਤਾਂ ਮੇਰੇ ਕੋਲ ਇੰਨਾ ਹੈ ਕਿ 1 ਦਿਨ ਦੇ ਵਿੱਚ ਜਾਂ ਅੱਧੇ ਦਿਨ ਦੇ ਵਿੱਚ ਹੀ ਪੇਸ਼ੈਂਟ ਠੀਕ ਹੋ ਜਾਂਦਾ 3-4 ਡੋਜ਼ਿਸ ਲੈਣ ਤੋਂ ਬਾਅਦ ਹੀ। ਅਗਰ ਆਪਾਂ ਸਟਾਰਟਿੰਗ 'ਚ ਹੀ ਉਸ ਚੀਜ਼ ਲਈ ਹੋਮਿਓਪੈਥਿਕ ਮੈਡੀਸਿਨ ਲੈ ਲਾਂਗੇ ਤਾਂ ਸਾਨੂੰ ਬਹੁਤ ਲੰਬਾ ਸਫ਼ਰ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ। ਬਾਕੀ ਹੁਣ ਵੈਦਰ ਚੇਂਜ ਹੋਣ ਤੇ, ਸੀਜ਼ਨ ਚੇਂਜ ਹੋਣ ਤੇ ਸਾਡੀ ਸਾਰਿਆਂ ਦੀ ਇਮਿਊਨਿਟੀ ਇੰਨੀ ਕੁ ਡਾਊਨ ਹੋ ਚੁੱਕੀ ਹੈ ਕਿਉਂਕਿ ਅਸੀਂ ਇੰਨਾ ਕੁਝ ਐਂਟੀਬਾਇਓਟਿਕਸ ਲੈ ਰਹੇ ਹਾਂ ਜਾਂ ਸਾਡੀ ਡਾਈਟ ਨਹੀਂ ਅੱਛੀ ਹੈਗੀ। ਅੱਜ ਦੀ ਡੇਟ ਦੇ ਵਿੱਚ ਅਸੀਂ ਫਾਸਟ ਫੂਡ, ਜੰਕ ਫੂਡ ਤੇ ਡਿਪੈਂਡ ਹੋ ਚੁੱਕੇ ਹਾਂ। ਉਸ ਦੀ ਵਜ੍ਹਾ ਤੋਂ ਸਾਡੀ ਇਮਿਊਨਿਟੀ ਡਾਊਨ ਹੈ ਕਿ ਹਰ ਕੋਈ ਬੰਦਾ ਅਫੈਕਟ ਹੋ ਰਿਹਾ ਹੈ, ਚੇਂਜ ਆਫ ਵੈਦਰ ਤੋਂ ਅਫੈਕਟ ਹੋ ਰਿਹਾ ਹੈ। ਤਾਂ ਉਹਦੇ ਲਈ ਸਾਨੂੰ ਬੇਸਿਕਲੀ ਸਭ ਤੋਂ ਪਹਿਲਾਂ ਘਰੇਲੂ ਜੇ ਤੁਸੀਂ ਕਰਨੇ ਉਪਚਾਰ ਤਾਂ ਸਭ ਤੋਂ ਪਹਿਲਾਂ ਆਪਣੀ ਡਾਈਟ ਅੱਛੀ ਕਰੋ। ਜੰਕ ਫੂਡ ਤੋਂ ਡਿਪੈਂਡੈਂਸ ਹਟਾ ਕੇ ਇੱਕ ਘਰ ਦੀ ਹੈਲਦੀ ਡਾਈਟ ਤੇ ਆ ਜਾਓ। ਉਸ ਤੋਂ ਬਾਅਦ ਹੋਰ ਕੁਝ ਕਰਨ ਦੀ ਲੋੜ ਨਹੀਂ ਹੈਗੀ। ਬਾਕੀ ਸਰਦੀਆਂ ਦਾ ਮੌਸਮ ਚੱਲ ਰਿਹਾ ਤਾਂ ਤੁਸੀਂ ਹੋਰ ਸਾਰੀਆਂ ਗਰਮ ਚੀਜ਼ਾਂ ਲੈ ਸਕਦੇ ਹੋ ਘਰੇ, ਸ਼ਹਿਦ ਵਗੈਰਾ ਲੈ ਸਕਦੇ ਹੋ ਖੰਘ ਜਾਂ ਜ਼ੁਕਾਮ ਤੋਂ ਬਚਣ ਦੇ ਲਈ, ਸਿਨੇਮਨ ਵਾਲੀ ਚਾਹ ਲੈ ਸਕਦੇ ਹੋ, ਕੁਝ ਵੀ ਇੱਦਾਂ ਦੀ ਚੀਜ਼ਾਂ ਲੈ ਸਕਦੇ ਹੋ ਤੁਸੀਂ। ਤੇ ਉਸ ਤੋਂ ਬਾਅਦ ਵੀ ਅਗਰ ਤੁਹਾਨੂੰ ਫਿਰ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੇਰੇ ਹਿਸਾਬ ਨਾਲ ਐਂਟੀਬਾਇਓਟਿਕ ਤੇ ਜਾਓਗੇ ਤਾਂ ਹੋਰ ਬਿਮਾਰੀ ਵਧੇਗੀ। ਉਸ ਤੋਂ ਪਹਿਲਾਂ ਹੀ ਤੁਹਾਨੂੰ ਕੋਈ ਇੱਦਾਂ ਦੀ ਪੈਥੀ 'ਚ ਹੀ ਜਾਣਾ ਚਾਹੀਦਾ ਹੈ। ਜੀ ਬਿਲਕੁਲ ਠੀਕ ਗੱਲ ਹੈ ਕਿ ਐਲੋਪੈਥੀ ਇਹ 'ਚ ਕੋਈ ਸ਼ੱਕ ਨਹੀਂ ਕਿ ਐਲੋਪੈਥੀ ਬਹੁਤ ਜਲਦੀ ਉਸੇ ਵੇਲੇ ਅਸਰ ਪਾ ਦਿੰਦੀ ਹੈ, ਪਰ ਜੇ ਪ੍ਰੋਬਲਮ ਨੂੰ ਜੜ ਤੋਂ ਖਤਮ ਕਰਨਾ ਹੈ ਤੇ ਸਿਰਫ ਹੋਮਿਓਪੈਥੀ ਦਾ ਸਹਾਰਾ ਅਸੀਂ ਲੈ ਸਕਦੇ ਹਾਂ। ਤੇ ਹੁਣ ਇਹ ਗੱਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸ਼ੂਗਰ ਦੀ ਬਿਮਾਰੀ, ਤੁਸੀਂ ਥੋੜ੍ਹੀ ਜਿਹੀ ਪਹਿਲੇ ਗੱਲ ਕੀਤੀ ਸੀ ਕਿ ਸ਼ੂਗਰ ਦੀ ਜਿਹੜੀ ਬਿਮਾਰੀ ਹੈ ਉਹਦਾ ਹੋਮਿਓਪੈਥੀ ਦੇ ਵਿੱਚ ਪੂਰਾ ਸਾਨੂੰ ਇਲਾਜ ਮਿਲ ਸਕਦਾ ਹੈ ਤੇ ਮਿਲਦਾ ਵੀ ਹੈ। ਕਿ ਜਿਹਨੂੰ ਡਾਇਬਟੀਜ਼, ਸ਼ੂਗਰ ਦੀ ਪ੍ਰੋਬਲਮ ਹੈ, ਹੋਮਿਓਪੈਥੀ ਮੈਡੀਸਿਨਸ ਦੇ ਨਾਲ ਉਹ ਜੜ ਤੋਂ ਖਤਮ ਹੋ ਸਕਦੀ ਹੈ? ਕਿ ਇੱਦਾਂ ਹੋ ਸਕਦਾ ਕਿ ਉਸ ਤੋਂ ਬਾਅਦ ਉਹ ਪੇਸ਼ੈਂਟ ਜਦੋਂ ਵੀ ਆਪਣਾ ਸ਼ੂਗਰ ਲੈਵਲ ਚੈੱਕ ਕਰਾਏ ਤਾਂ ਉਹ ਬਿਲਕੁਲ ਨੋਰਮਲ ਆਵੇ? ਹਾਂਜੀ, ਬਿਲਕੁਲ ਹੋ ਸਕਦਾ ਹੈ, ਬਲਕਿ ਹੋ ਰਿਹਾ ਹੈ, ਇਹ ਚੀਜ਼ ਹੋ ਰਹੀ ਹੈ। ਦੇਖੋ, ਜੇ ਤਾਂ ਕੋਈ ਪੇਸ਼ੈਂਟ ਹੈ ਜਿਹਨੂੰ ਫਰੈਸ਼ ਡਾਇਗਨੋਸ ਹੋਇਆ ਸ਼ੂਗਰ ਦਾ,
ਉਹ ਤਾਂ ਵਿਦਿਨ 3-4 ਮੰਥਸ ਮੈਡੀਸਿਨ ਲਏਗਾ ਔਰ ਪ੍ਰੋਪਰ ਠੀਕ ਹੋਏ ਨੇ ਮੇਰੇ ਇੱਦਾਂ ਦੇ ਪੇਸ਼ੈਂਟਸ ਨੇ ਕੁਝ। ਅੱਛਾ। ਅਗਰ ਕੋਈ ਪੇਸ਼ੈਂਟ ਪਿਛਲੇ 5-6 ਸਾਲ ਤੋਂ ਸਫਰ ਕਰ ਰਿਹਾ ਹੈ ਉਹਨੂੰ ਟਾਈਮ ਲੱਗੇਗਾ। ਅਗਰ ਕੋਈ ਪੇਸ਼ੈਂਟ ਪਿਛਲੇ 10-15 ਸਾਲ ਤੋਂ ਇਨਸੂਲਿਨ ਡਿਪੈਂਡੈਂਟ ਹੈ ਉਹਨੂੰ ਹੋਰ ਟਾਈਮ ਲੱਗੇਗਾ, ਉਹਨੂੰ ਸਾਲ ਦੇ ਵਿੱਚ 1 ਸਾਲ ਤੱਕ ਵੀ ਲੱਗ ਸਕਦਾ। ਇੱਕ ਮੇਰੀ ਪੇਸ਼ੈਂਟ ਹੈ ਬਾਈ ਬਰਥ ਉਹਨੂੰ ਡਾਇਬਟੀਜ਼ ਦੀ ਪ੍ਰੋਬਲਮ ਹੈ, ਉਹਨੂੰ 1 ਈਅਰ ਲੱਗ ਗਿਆ ਮੈਨੂੰ ਉਹਦਾ HB1AC ਸ਼ੂਗਰ ਲੈਵਲ ਨਾਰਮਲ ਤੱਕ ਲੈ ਕੇ ਆਉਂਦੇ ਆ ਵਿਦ ਹੋਮਿਓਪੈਥਿਕ ਮੈਡੀਸਿਨਸ। ਔਰ ਹੋਮਿਓਪੈਥੀ ਦਾ ਫਾਇਦਾ ਸ਼ੂਗਰ ਦੇ ਵਿੱਚ ਇੱਕ ਬਹੁਤ ਵੱਡਾ ਹੈ ਕਿ ਜਦੋਂ ਇੱਕ ਵਾਰੀ ਤੁਹਾਡੀ ਪ੍ਰੋਬਲਮ ਠੀਕ ਹੋ ਗਈ ਤਾਂ ਤੁਹਾਨੂੰ ਫਿਰ ਪੂਰੀ ਲਾਈਫ ਇਹਦੇ ਤੇ ਡਿਪੈਂਡ ਨਹੀਂ ਰਹਿਣਾ ਪਏਗਾ। ਅਸੀਂ ਹੌਲੀ ਹੌਲੀ ਕਰਕੇ ਆਪਣੀ ਮੈਡੀਸਿਨ ਬੰਦ ਕਰ ਦੇਵਾਂਗੇ। ਪਹਿਲਾਂ ਤੁਹਾਡੀ ਦੂਸਰੀ ਮੈਡੀਸਿਨ ਨੂੰ ਟੇਪਰ ਕਰਾਂਗੇ, ਜਿਹੜੀ ਵੀ ਮੈਡੀਸਿਨ ਤੇ ਤੁਸੀਂ ਡਿਪੈਂਡ ਹੋ ਉਹਨੂੰ ਵੀ ਅਸੀਂ ਇੱਕਦਮ ਨਹੀਂ ਬੰਦ ਕਰਦੇ, ਉਹ ਨਾਲ ਦੀ ਨਾਲ ਚੱਲਦੀ ਹੈ, ਉਹਨੂੰ ਟੇਪਰ ਡਾਊਨ ਕੀਤਾ ਜਾਂਦਾ ਹੈ ਹੌਲੀ ਹੌਲੀ ਕਰਕੇ। ਔਰ ਹੋਮਿਓਪੈਥੀ ਵੀ ਇਸੇ ਤਰੀਕੇ ਟੇਪਰ ਡਾਊਨ ਕਰਕੇ ਅਸੀਂ ਬੰਦ ਕਰ ਦਿੱਤੀ ਹੈ ਔਰ ਬਹੁਤ ਅੱਛੇ ਰਿਜ਼ਲਟ ਆ ਰਹੇ ਆ ਸ਼ੂਗਰ ਦੇ ਵਿੱਚ ਇਸ ਚੀਜ਼ ਜੀ। ਤੇ ਜਿਹੜੇ ਪਰਹੇਜ਼ ਹੈ, ਜਿੱਦਾਂ ਆਮ ਜਿਹੜੇ ਸ਼ੂਗਰ ਪੇਸ਼ੈਂਟ ਉਹ ਪਰਹੇਜ਼ ਕਰਦੇ ਨੇ, ਮਿੱਠਾ ਨਹੀਂ ਖਾਣਾ ਜਾਂ ਘਿਓ ਤੋਂ ਵੀ ਪਰਹੇਜ਼ ਜਿਹੜਾ ਕੀਤਾ ਜਾਂਦਾ ਹੈ, ਉਹ ਜਦੋਂ ਅਸੀਂ ਹੋਮਿਓਪੈਥੀ ਮੈਡੀਸਿਨ ਲੈ ਰਹੇ ਹਾਂ ਸ਼ੂਗਰ ਲਈ ਉਸ ਵੇਲੇ ਵੀ ਪਰਹੇਜ਼ ਉਸੇ ਤਰ੍ਹਾਂ ਕਰਦੇ ਰਹਿਣਾ? ਹਾਂਜੀ, ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜੇ ਡਿਜ਼ੀਜ਼ ਰਿਲੇਟਡ ਪਰਹੇਜ਼ ਨੇ, ਬਿਮਾਰੀ ਦੇ ਨਾਲ ਨੇ, ਉਹ ਕਰਨੇ ਹੀ ਪੈਣਗੇ, ਉਹ ਤਾਂ ਉਹਨਾਂ ਨੂੰ ਕਰਨੇ ਹੀ ਪੈਣਗੇ। ਬਾਕੀ ਜੇ ਅਸੀਂ ਇਹ ਗੱਲ ਕਰੀਏ ਕਿ ਮਿੱਠਾ ਖਾਣ ਦੇ ਨਾਲ ਸ਼ੂਗਰ ਹੁੰਦੀ ਹੈ, ਇਹ ਇੱਕ ਬਹੁਤ ਲੋਕਾਂ 'ਚ ਮਿਸਕਨਸੈਪਟ ਹੈ। ਇਹ ਮੈਂ ਜ਼ਰੂਰ ਇੱਥੇ ਕਲੀਅਰ ਕਰਨਾ ਚਾਹੂੰਗੀ ਕਿ ਸ਼ੂਗਰ ਖਾਣ ਦੇ ਨਾਲ ਮਿੱਠਾ ਡਾਇਬਟੀਜ਼ ਹੁੰਦੀ ਹੈ। ਕਈ ਲੋਕੀ ਜਿੱਦਾਂ ਸਾਨੂੰ ਹੀ ਆ ਕੇ ਕਹਿ ਦਿੰਦੇ ਕਿ ਇਹ ਮਿੱਠੀਆਂ ਗੋਲੀਆਂ ਤੁਸੀਂ ਦੇ ਰਹੇ ਹੋ ਇਹਦੇ ਨਾਲ ਸ਼ੂਗਰ ਤਾਂ ਨਹੀਂ ਹੋ ਜਾਏਗੀ। ਤਾਂ ਤੁਸੀਂ ਪਹਿਲਾਂ ਸ਼ੂਗਰ ਦੇ ਕਾਰਨਾਂ ਨੂੰ ਸਮਝੋ ਕਿ ਕਿਉਂ ਹੋ ਰਹੀ ਹੈ। ਸ਼ੂਗਰ ਦਾ ਇੱਕ ਸਭ ਤੋਂ ਮੇਜਰ ਰੀਜ਼ਨ ਹੈ ਹੈਰੀਡਿਟਰੀ, ਕਿ ਤੁਹਾਡੇ ਮਾਂ-ਬਾਪ ਨੂੰ, ਦਾਦਾ-ਦਾਦੀ, ਨਾਨਾ-ਨਾਨੀ ਕਿਸੇ ਨੂੰ ਸੀਗੀ, ਉੱਥੋਂ ਤੁਹਾਨੂੰ ਜੈਨੇਟਿਕਲੀ ਤੁਹਾਡੇ ਵਿੱਚ ਟ੍ਰਾਂਸਫਰ ਹੋਈ ਹੈ। ਸੈਕਿੰਡ ਨੰਬਰ ਤੇ ਉਹਦਾ ਮੇਜਰ ਰੀਜ਼ਨ ਹੈ ਆ ਰਿਹਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਉਹ ਆ ਰਿਹਾ ਸਟ੍ਰੈਸ। ਜਿੰਨਾ ਜ਼ਿਆਦਾ ਸਟ੍ਰੈਸ ਲਓਗੇ, ਸਾਡੀ ਸਾਰਿਆਂ ਦੀ ਲਾਈਫ ਬਹੁਤ ਸਟ੍ਰੈਸਫੁਲ ਹੈ। ਜ਼ਰੂਰੀ ਨਹੀਂ ਹੈ ਕਿ ਕੋਈ ਇਮੋਸ਼ਨਲ ਸਟ੍ਰੈਸ ਹੋਵੇ ਜਾਂ ਪਰਸਨਲ ਸਟ੍ਰੈਸ ਹੋਵੇ। ਸਟ੍ਰੈਸ ਕਈ ਤਰ੍ਹਾਂ ਦਾ ਹੁੰਦਾ। ਸਾਨੂੰ ਸਾਰਿਆਂ ਨੂੰ ਕੰਮ ਦਾ ਬਹੁਤ ਸਟ੍ਰੈਸ ਹੈ ਅੱਜ ਦੀ ਡੇਟ ਦੇ ਵਿੱਚ। ਇੱਥੇ ਜਲਦੀ ਜਾਣਾ, ਉੱਥੇ ਜਲਦੀ ਜਾਣਾ। ਜਦੋਂ ਅਸੀਂ ਗੱਡੀ ਵੀ ਜਲਦੀ ਚਲਾ ਰਹੇ ਹਾਂ ਕਿ ਮੈਂ ਉੱਥੇ 10 ਮਿੰਟ 'ਚ ਪਹੁੰਚਣਾ, ਉਹ ਵੀ ਇੱਕ ਪ੍ਰੈਸ਼ਰ ਦੇ ਰਿਹਾ ਸਾਡੇ ਦਿਮਾਗ ਨੂੰ। ਉਹਦੀ ਵਜ੍ਹਾ ਤੋਂ ਸਾਡੇ ਹਾਰਮੋਨ ਇੰਬੈਲੈਂਸ ਹੋ ਰਹੇ ਆ ਬਾਡੀ ਦੇ ਵਿੱਚ, ਔਰ ਉਹ ਕਿਤੇ ਨਾ ਕਿਤੇ ਜਦੋਂ ਇੰਬੈਲੈਂਸ ਚੱਲਦਾ ਰਹਿੰਦਾ ਲੌਂਗ ਟਾਈਮ ਤੱਕ, ਤਾਂ ਉਹ ਆਰਗਨ ਅਫੈਕਟ ਹੁੰਦਾ ਹੀ ਹੁੰਦਾ। ਉੱਥੇ ਫਿਰ ਪੈਥੋਲੋਜੀਕਲ ਚੇਂਜਸ ਆ ਜਾਂਦੀਆਂ ਨੇ। ਸੈਕਿੰਡ ਰੀਜ਼ਨ ਸਟ੍ਰੈਸ ਹੋ ਗਿਆ। ਥਰਡ ਰੀਜ਼ਨ ਇੱਕ ਹੋਰ ਹੈ ਜੋ ਸਾਡੀ ਯੰਗ ਜਨਰੇਸ਼ਨ 'ਚ ਜ਼ਿਆਦਾ ਅਸੀਂ ਕਾਮਨ ਦੇਖ ਰਹੇ ਹਾਂ, ਉਹ ਹੈ ਕਿ ਬਹੁਤ ਲੰਬੇ ਟਾਈਮ ਤੱਕ ਭੁੱਖੇ ਰਹਿਣਾ। ਅਸੀਂ ਕੀ ਕਰਦੇ ਹਾਂ, ਬ੍ਰੰਚ ਕਰਦੇ ਹਾਂ, ਬ੍ਰੇਕਫਾਸਟ ਤੇ ਲੰਚ ਇਕੱਠਾ ਕਰਦੇ ਹਾਂ, ਬ੍ਰੰਚ ਕਰਦੇ ਹਾਂ, ਔਰ ਡਿਨਰ ਦਾ ਵੀ ਸਾਡੇ ਦਾ ਕੋਈ ਪਤਾ ਨਹੀਂ ਹੁੰਦਾ। 11 ਵਜੇ ਹੋ ਰਿਹਾ, 12 ਵਜੇ ਜਾ ਕੇ ਹੋ ਰਿਹਾ। ਔਰ ਮੈਨੂੰ ਨਹੀਂ ਲੱਗਦਾ ਬਹੁਤ ਜ਼ਿਆਦਾ ਹਾਈ ਪਰਸੈਂਟੇਜ ਆਫ ਲੋਕੀ ਇੱਦਾਂ ਦੇ ਆ ਜਿਹੜੇ ਇਨ ਬਿਟਵੀਨ ਕੁਝ ਖਾਂਦੇ ਹੋਣਗੇ, ਕਿਉਂਕਿ ਲੋਕਾਂ ਕੋਲ ਟਾਈਮ ਹੀ ਨਹੀਂ ਹੈ। ਇੰਨੀ ਭੱਜ ਦੌੜ ਲੱਗੀ ਹੋਈ ਹੈ ਪੈਸੇ ਦੇ ਪਿੱਛੇ ਕਿ ਅਸੀਂ ਇੱਥੇ ਜਾ ਕੇ ਪੈਸਾ ਕਮਾ ਲਈਏ, ਉਹ ਕਰ ਲਈਏ। ਲੋਕਾਂ ਕੋਲ ਸਨੈਕ, ਈਵਨ ਫਰੂਟਸ ਕਈ ਲੋਕੀ ਨਾਲ ਰੱਖ ਲੈਂਦੇ ਆ, ਪਰ ਉਹਨਾਂ ਦੇ ਐਜ਼ ਇਟ ਇਜ਼ ਹੀ ਪਏ ਰਹਿ ਜਾਂਦੇ ਆ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ। ਔਰ ਇਹ ਇੱਕ ਸਭ ਤੋਂ ਮੇਜਰ ਰੀਜ਼ਨ ਹੈ। ਜਿੰਨਾ ਤੁਸੀਂ ਫਾਸਟਿੰਗ ਕਰੋਗੇ ਬਾਡੀ ਨੂੰ, ਖਾਣੇ ਦੇ ਵਿੱਚ ਲੌਂਗ ਗੈਪਸ ਪਾਓਗੇ, ਕਦੇ ਪਾ ਲਿਆ, ਹਫਤੇ 'ਚ ਇੱਕ ਵਾਰੀ ਪਾ ਲਿਆ, ਨੋ ਮੈਟਰ। ਜੇ ਤੁਸੀਂ ਇਹੀ ਚੀਜ਼ ਨੂੰ ਕੰਟੀਨਿਊਟੀ 'ਚ ਕਰੋਗੇ ਨਾ, ਤੁਹਾਨੂੰ ਸ਼ੂਗਰ ਹੋਏਗੀ। ਤਾਂ ਇਹ ਕਾਰਨਾਂ ਨੂੰ ਸਮਝੋ। ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੋ ਰਹੀ। ਇਹ ਕੁਝ ਚੀਜ਼ਾਂ ਨੇ ਜਿਹੜੇ ਖਾਸ ਕਾਰਨ ਹੈ, ਜੇ ਇਹਨਾਂ ਨੂੰ ਸਮਝੀਏ ਤੇ ਅਸੀਂ ਆਪਣਾ ਬਚਾਅ, ਕਹਿੰਦੇ ਕਿ ਪਰਹੇਜ਼ ਦੇ ਵਿੱਚ ਹੀ ਬਚਾਅ ਹੈ। ਜੇ ਅਸੀਂ ਪਰਹੇਜ਼ ਕਰਦੇ ਹਾਂ ਤਾਂ ਆਪਣਾ ਬਚਾਅ ਕਰ ਸਕਦੇ ਹਾਂ, ਪਰ ਜੇ ਬਚਾਅ ਕਰ ਸਕਦੇ ਹਾਂ ਤਾਂ ਸਾਨੂੰ ਪਰਹੇਜ਼ ਦੀ ਨੌਬਤ ਵੀ ਨਹੀਂ ਆਏਗੀ। ਮਤਲਬ ਪਹਿਲੇ ਪੂਰੀ ਤਰ੍ਹਾਂ ਅਸੀਂ ਸੁਚੇਤ ਰਹੀਏ। ਇੱਕ ਸਾਨੂੰ ਮੈਡੀਕਲ ਸਾਇੰਸ 'ਚ ਇੱਕ ਲਾਈਨ ਸਿਖਾਈ ਜਾਂਦੀ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਤਾਂ ਇਹ ਸਾਨੂੰ ਸਾਰਿਆਂ ਨੂੰ ਹੀ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਤੁਸੀਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ, ਲੋਕਾਂ 'ਚ ਪਤਾ ਹੀ ਨਹੀਂ ਹੈ ਕਿ ਕਾਰਨ ਕੀ ਹੈ। ਲੋਕੀ ਮਿੱਠਾ ਬੰਦ ਕਰਕੇ ਬੈਠ ਜਾਂਦੇ ਆ। ਮਿੱਠਾ ਬੰਦ ਨਹੀਂ ਕਰਨਾ ਚਾਹੀਦਾ। ਮਿੱਠਾ ਸਿਰਫ ਉਸ ਕੇਸ 'ਚ ਬੰਦ ਕਰੀਦਾ ਜਿਹਨੂੰ ਆਲਰੇਡੀ ਡਾਇਬਟੀਜ਼ ਹੋ ਚੁੱਕੀ ਹੈ, ਕਿਉਂਕਿ ਉਹਦੀ ਬਾਡੀ 'ਚ ਇਨਸੂਲਿਨ ਆ ਨਹੀਂ ਰਿਹਾ। ਉਹਨੂੰ ਮਿੱਠਾ ਜਿਹੜਾ ਉਹਦੀ ਬਾਡੀ 'ਚ ਆਲਰੇਡੀ ਆਪਾਂ ਖਾਣਾ ਵਗੈਰਾ ਖਾ ਰਹੇ ਹਾਂ, ਸਭ ਚੀਜ਼ 'ਚ ਮਿੱਠਾ ਹੈ, ਦੁੱਧ ਵਿੱਚ ਵੀ ਮਿੱਠਾ ਹੈ, ਆਟੇ 'ਚ ਵੀ ਮਿੱਠਾ ਹੈ। ਉਹੀ ਉਹਦਾ ਸ਼ੂਗਰ ਲੈਵਲ ਨਹੀਂ ਕੰਟਰੋਲ ਕਰ ਪਾ ਰਹੀ ਬਾਡੀ, ਤਾਂ ਤੁਸੀਂ ਉੱਪਰੋਂ ਜੇ ਉਹਨੂੰ ਚੀਨੀ ਦੇ ਦੋਗੇ, ਮਿੱਠਾ ਭਰ ਕੇ ਦੇ ਦੋਗੇ, ਤਾਂ ਉਹ ਕਿੱਥੋਂ ਕੰਟਰੋਲ ਕਰੇਗੀ। ਸਿਰਫ ਉਸ ਕੇਸ 'ਚ ਅਸੀਂ ਮਿੱਠਾ ਬੰਦ ਕਰੀਦਾ। ਅਦਰਵਾਈਜ਼ ਇੱਕ ਨਾਰਮਲ ਬੰਦੇ ਨੂੰ ਮਿੱਠਾ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਨਾਰਮਲ ਮਿੱਠਾ ਖਾ ਸਕਦਾ ਹੈ ਜਿੰਨਾ ਕੁ ਨਾਰਮਲ ਉਹਦੀ ਬਾਡੀ ਲਈ ਸੂਟੇਬਲ ਹੈ, ਉਹਨਾਂ ਕੁ ਉਹ ਮਿੱਠਾ ਉਹਨਾਂ ਕੁ ਖਾ ਸਕਦਾ, ਲੈ ਸਕਦਾ। ਤੇ ਹੁਣ ਗੱਲ ਮੈਂ ਕਰਾਂਗੀ ਜਿਸ ਤਰ੍ਹਾਂ ਵਾਇਰਲ ਫੀਵਰ ਦੀ। ਆਮ ਤੌਰ ਤੇ ਇਹ ਦੇਖਿਆ ਗਿਆ ਕਿ ਬੁਖਾਰ ਕੋਈ ਵੀ ਹੋਣ, ਤਕਰੀਬਨ ਜਿਹੜੇ ਉਹਦੇ ਸਿੰਪਟਮਸ ਹੈ ਉਹ ਇੱਕੋ ਜਿਹੇ ਹੀ ਹੁੰਦੇ ਨੇ, ਤੇ ਉਹਦੇ ਵਿੱਚੋਂ ਜਦੋਂ ਚੈੱਕ ਕਰਾਇਆ ਜਾਂਦਾ ਤੇ ਕਈ ਵਾਰੀ ਕਿਹਾ ਜਾਂਦਾ ਕਿ ਵਾਇਰਲ ਫੀਵਰ ਹੈ। ਤੇ ਵਾਇਰਲ ਫੀਵਰ ਜਿਹੜਾ ਪਹਿਲੇ ਤਾਂ ਤੁਹਾਡੇ ਤੋਂ ਥੋੜਾ ਜਾਣਾਂਗੇ ਕਿ ਕੀ ਹੁੰਦਾ ਵਾਇਰਲ ਫੀਵਰ ਤੇ ਕਿੱਦਾਂ ਹੋਮਿਓਪੈਥੀ ਉਸ ਵਾਇਰਲ ਫੀਵਰ ਨੂੰ ਖਤਮ ਕਰਦੀ ਹੈ। ਹਾਂਜੀ, ਜਿਹੜਾ ਵਾਇਰਲ ਫੀਵਰ ਹੈ
ਬੇਸਿਕਲੀ ਫੀਵਰ ਦੇ ਵਿੱਚ ਕੀ ਹੁੰਦਾ, ਦੇਖੋ ਸਿਰ ਦਰਦ ਹੋਣਾ, ਬਾਡੀ ਦਾ ਟੈਂਪਰੇਚਰ ਹਾਈ ਹੋਣਾ, ਜਾਂ ਫਿਰ ਲੂਜ਼ ਸਟੂਲ ਹੋਣਾ, ਵੋਮਿਟਿੰਗ ਹੋਣਾ, ਬਾਡੀ ਏਕਸ ਬਹੁਤ ਹੁੰਦੀਆਂ ਨੇ, ਠੀਕ ਹੈ। ਇਹ ਸਾਰੇ ਹੈਗੇ ਨਾਰਮਲ ਸਿੰਪਟਮਸ, ਇਹ ਹੁੰਦੇ ਆ ਵਾਇਰਲ ਫੀਵਰ ਦੇ। ਕਈ ਲੋਕਾਂ ਨੂੰ ਨਾਲ ਸਰਦੀ ਜ਼ੁਕਾਮ ਹੁੰਦਾ, ਲਾਈਕ ਛਿੱਕਾਂ ਆਉਣੀਆਂ ਤੇ ਖਾਂਸੀ ਜ਼ੁਕਾਮ ਨਾਲ ਹੋ ਜਾਣਾ, ਇਹਨੂੰ ਅਸੀਂ ਵਾਇਰਲ ਦੇ ਵਿੱਚ ਲੈਂਦੇ ਆ। ਟਾਈਫਾਈਡ, ਮਲੇਰੀਆ, ਡੇਂਗੂ ਵੱਲ ਅਸੀਂ ਕਦੋਂ ਜਾਂਦੇ ਹਾਂ, ਜਦੋਂ ਸਾਨੂੰ ਐਡੀਸ਼ਨਲ ਸਿੰਪਟਮਸ ਮਿਲਦੇ ਨੇ। ਐਡੀਸ਼ਨਲ ਸਿੰਪਟਮਸ ਲਾਈਕ ਟਾਈਫਾਈਡ ਦੇ ਵਿੱਚ ਤੁਹਾਡਾ ਪੇਟ ਡਿਸਟਰਬ ਹੋਏਗਾ, ਪੇਟ ਖਰਾਬ ਹੋਏਗਾ ਤੁਹਾਨੂੰ ਲੂਜ਼ ਸਟੂਲ ਹੋ ਸਕਦੇ, ਨਾਲ ਵੋਮਿਟਿੰਗਸ ਹੋ ਸਕਦੀਆਂ ਨੇ ਬਹੁਤ ਜ਼ਿਆਦਾ। ਅਗਰ ਆਪਾਂ ਗੱਲ ਕਰੀਏ ਮਲੇਰੀਆ ਦੀ, ਤਾਂ ਉਹਦੇ ਵਿੱਚ ਪੇਸ਼ੈਂਟ ਨੂੰ ਕੰਪਨੀ ਬਹੁਤ ਲੱਗੇਗੀ, ਕੰਪਨੀ ਲੱਗ ਕੇ ਉਹਨੂੰ ਬੁਖਾਰ ਚੜੇਗਾ। ਅਗਰ ਅਸੀਂ ਗੱਲ ਕਰੀਏ ਡੇਂਗੂ ਦੀ, ਤਾਂ ਡੇਂਗੂ ਦੇ ਵਿੱਚ ਤੁਹਾਡੀਆਂ ਜੁਆਇੰਟਸ ਪੇਨ ਹੋਣਗੀਆਂ, ਫੀਵਰ ਦੇ ਵਿੱਚ ਜੁਆਇੰਟਸ ਪੇਨ ਹੋਣਗੀਆਂ। ਅਗਰ ਸਾਨੂੰ ਇਦਾਂ ਦੇ ਕੋਈ ਸਿੰਪਟਮਸ ਨਹੀਂ ਮਿਲਦੇ, ਤਾਂ ਸਾਨੂੰ ਪਤਾ ਹੀ ਹੈ ਜਿੱਦਾਂ ਅੱਜ ਹੁਣ ਮੌਸਮ ਚੱਲ ਰਿਹਾ ਇਸ ਟਾਈਮ ਵੀ, ਕਿ ਵੈਦਰ ਚੇਂਜ ਹੈ, ਸੀਜ਼ਨਲ ਹੈ, ਦੈਨ ਇਟ ਇਜ਼ ਵਾਇਰਲ ਫੀਵਰ। ਹੋਮਿਓਪੈਥੀ ਕਿੱਦਾਂ ਕੰਮ ਕਰਦੀ ਹੈ, ਮੈਂ ਬਹੁਤ ਸਾਰੇ ਲੋਕਾਂ ਦੀ ਦੇਖੀ ਹੈ ਧਾਰਨਾ ਕਿ ਹੋਮਿਓਪੈਥੀ ਬੁਖਾਰ ਨਹੀਂ ਉਤਾਰਦੀ, ਬਟ ਸਾਡੇ ਕੋਲ ਬਹੁਤ ਇੱਦਾਂ ਦੇ ਪੇਸ਼ੈਂਟਸ ਹੈ ਜਿਹੜੇ ਬੁਖਾਰ ਦੇ ਵਿੱਚ ਆਉਂਦੇ ਹੀ ਸਾਡੇ ਕੋਲ ਹੈ। ਉਹਨਾਂ ਨੂੰ ਮੈਂ ਕਈ ਵਾਰੀ ਨਹੀਂ ਵੀ ਹੁੰਦੀ ਕਲੀਨਿਕ ਤੇ, ਮੈਂ ਕਹਿ ਦੇਵਾਂਗੀ ਕਿ ਮੈਂ ਨਹੀਂ ਅਵੇਲੇਬਲ ਹੈ, ਤੁਸੀਂ ਡੋਲੋ ਖਾ ਲਓ ਅੱਜ ਦਾ ਦਿਨ, ਤੁਸੀਂ ਕੱਲ ਮੈਡੀਸਿਨ ਲੈ ਲਈਓ। ਉਹ ਫਿਰ ਵੀ ਡੋਲੋ ਨਹੀਂ ਖਾਂਦੇ, ਕਿਤੋਂ ਆਪਣੇ ਜੇ ਕੋਈ ਉਹਨਾਂ ਦਾ ਕੋਈ ਨੋਨ ਹੈ ਉੱਥੋਂ ਲਿਆ ਕੇ ਖਾ ਲੈਂਦੇ ਨੇ ਮੇਰੀ ਮੈਡੀਸਿਨ ਜੇ ਉਹਦੇ ਕੋਲ ਪਈ ਹੋਵੇ ਫੀਵਰ ਦੀ। ਅਸੀਂ ਫੀਵਰ ਦੇ ਲਈ ਕੁਝ ਮੈਡੀਸਿਨਸ ਇੱਦਾਂ ਦੀਆਂ ਦੇਈਦੀਆਂ ਨੇ, ਤੁਸੀਂ ਇੱਕ ਦਿਨ ਖਾਓਗੇ, ਤੁਹਾਡੇ ਮਤਲਬ ਕਈ ਵਾਰੀ 3-4 ਆਵਰਸ ਦੇ ਵਿੱਚ ਹੀ ਤੁਹਾਡਾ ਫੀਵਰ ਉਤਰ ਜਾਂਦਾ। ਕਈ ਪੇਸ਼ੈਂਟ ਇਦਾਂ ਦੇ ਹੁੰਦੇ ਆ ਡੋਲੋ ਖਾ ਰਹੇ ਆ, ਐਂਟੀਬਾਇਓਟਿਕਸ ਖਾ ਰਹੇ ਆ, ਪਿਛਲੇ 7-7 8-8 ਦਿਨ ਤੋਂ ਸਫਰ ਕਰ ਰਹੇ ਫੀਵਰ ਨਾਲ, ਉਹਨਾਂ ਦਾ ਫੀਵਰ ਨਹੀਂ ਉਤਰ ਰਿਹਾ। ਇਹ ਤਾਂ ਮੈਂ ਵਾਇਰਲ ਫੀਵਰ ਦੀ ਗੱਲ ਕਰ ਰਹੀ ਹਾਂ। ਹੁਣ ਟਾਈਫਾਈਡ ਹੈ, ਟਾਈਫਾਈਡ ਇੱਕ ਇਹੋ ਜਿਹੀ ਬਿਮਾਰੀ ਹੈ ਨਾ, ਉਹ ਬਾਡੀ 'ਚ ਇੱਕ ਵਾਰੀ ਆ ਜਾਵੇ ਵਾਇਰਸ, ਬੈਕਟੀਰੀਆ ਜੇ ਟਾਈਫਾਈਡ ਐਂਟਰ ਕਰ ਜਾਓ, ਜਲਦੀ ਨਾਲ ਨਹੀਂ ਜਾਂਦਾ, ਜਿੰਨੇ ਮਰਜ਼ੀ ਹਾਈ ਐਂਡ ਐਂਟੀਬਾਇਓਟਿਕਸ ਤੁਸੀਂ ਲਗਾ ਲਓ। ਤਾਂ ਉਹ ਪੇਸ਼ੈਂਟ ਨੂੰ ਕੁਝ ਬਹੁਤ ਲੋ ਇਮਿਊਨਿਟੀ ਦੇ ਜਿਹੜੇ ਪੇਸ਼ੈਂਟਸ ਹੁੰਦੇ ਉਹਨਾਂ ਨੂੰ ਬਹੁਤ ਤੰਗ ਕਰਦਾ ਟਾਈਫਾਈਡ। ਤਾਂ ਇੱਦਾਂ ਦੇ ਬਹੁਤ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਜਿਹੜੇ ਪੁਰਾਣੇ ਤੋਂ ਪੁਰਾਣਾ ਟਾਈਫਾਈਡ ਲੈ ਕੇ ਆਉਂਦੇ ਆ, ਮਹੀਨੇ ਬਾਅਦ ਉਹਨਾਂ ਨੂੰ ਬੁਖਾਰ ਹੁੰਦਾ ਹੀ ਰਹਿੰਦਾ ਹੈ, ਔਰ ਇਹ ਚੀਜ਼ ਉਹਨਾਂ ਨੂੰ 4-4 5-5 ਸਾਲ ਤੋਂ ਕੰਟੀਨਿਊ ਚੱਲ ਰਹੀ ਹੁੰਦੀ ਹੈ। ਪਹਿਲਾਂ ਤਾਂ ਉਹਨਾਂ ਨੂੰ ਐਂਟੀਬਾਇਓਟਿਕਸ ਲੱਗ ਕੇ ਇੰਨਾ ਕੁ ਉਹਨਾਂ ਦੀ ਇਮਿਊਨਿਟੀ ਨੀਚੇ ਜਾ ਚੁੱਕੀ ਹੁੰਦੀ ਹੈ ਕਿ ਉਹਨੂੰ ਬੂਸਟ ਕਰਨਾ ਤਾਂ ਦੂਰ ਦੀ ਗੱਲ, ਉਹਨੂੰ ਪਹਿਲਾਂ ਲੱਭਣਾ ਪੈਂਦਾ ਸਾਨੂੰ ਕਿ ਇਮਿਊਨਿਟੀ ਹੈ ਕਿੱਥੇ ਹੈ। ਤਾਂ ਉਸ ਚੀਜ਼ 'ਚ ਸਾਨੂੰ ਟਾਈਮ ਲੱਗਦਾ। ਜੇ ਕੋਈ ਫਰੈਸ਼ ਟਾਈਫਾਈਡ ਦਾ ਪੇਸ਼ੈਂਟ ਆ ਜਾਏ ਸਾਡੇ ਕੋਲ ਜੀ, ਤਾਂ ਉਹ ਤਾਂ ਸਾਡੇ ਕੋਲ 2 ਜਾਂ 3 ਦਿਨ ਦੇ ਵਿੱਚ ਠੀਕ ਹੋ ਜਾਂਦਾ ਹੈ, ਜਿੱਥੇ ਕਿ ਐਲੋਪੈਥੀ ਦੇ ਵਿੱਚ ਇਹਦੇ ਲਈ ਹਫਤਾ ਪਰ ਐਂਟੀਬਾਇਓਟਿਕ ਤੁਹਾਨੂੰ ਲੱਗਦੇ ਨੇ। ਘੱਟੋ ਘੱਟ 1 ਵੀਕ ਦਾ ਕੋਰਸ ਉਹ ਤੁਹਾਨੂੰ ਦਿੰਦੇ ਨੇ ਐਂਟੀਬਾਇਓਟਿਕਸ ਦਾ, ਉਸ ਤੋਂ ਬਾਅਦ ਤੁਸੀਂ ਠੀਕ ਹੁੰਦੇ ਹੋ। ਤੇ ਮੇਰੇ ਇਦਾਂ ਦੇ ਬਹੁਤ ਪੇਸ਼ੈਂਟਸ ਹੈ ਜਿਹੜੇ ਫਰੈਸ਼ ਟਾਈਫਾਈਡ ਦੇ ਕੇਸ ਆ ਜਾਣ ਸਾਡੇ ਕੋਲ, ਤਾਂ ਵਿਦਿਨ 3 ਡੇਜ਼ ਉਹ ਠੀਕ ਹੁੰਦੇ ਨੇ, ਬਿਲਕੁਲ ਪੂਰੀ ਤਰ੍ਹਾਂ ਠੀਕ ਹੁੰਦੇ ਨੇ। ਬਿਲਕੁਲ। ਤੇ ਐਸਾ ਪੇਸ਼ੈਂਟ ਜਿਹੜਾ ਤੁਹਾਡੇ ਕੋਲ ਆਂਦਾ ਹੈ, ਸ਼ਿਕਾਇਤ ਕਰਦਾ ਹੈ ਕਿ ਮੈਨੂੰ ਇਦਾਂ ਦੇ ਸਿੰਪਟਮ ਨੇ ਜਿਹੜੇ ਕਿ ਵਾਇਰਲ ਨਾਲ ਜਾਂ ਟਾਈਫਾਈਡ ਨਾਲ ਮੈਚ ਕਰ ਰਹੇ ਆ, ਤੇ ਉਸ ਵੇਲੇ ਪਹਿਲੇ ਟੈਸਟ ਵਗੈਰਾ ਕਰਾਏ ਜਾਂਦੇ ਨੇ? ਹਾਂਜੀ, ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਐਡੀਸ਼ਨਲ ਸਿੰਪਟਮ ਆ ਰਿਹਾ, ਸਾਡਾ ਦਿਮਾਗ ਕਿਸੇ ਹੋਰ ਫੀਵਰ ਦੀ ਤਰਫ ਸਾਨੂੰ ਹਿੰਟ ਦੇ ਰਿਹਾ, ਤਾਂ ਅਸੀਂ ਉਸ ਤਰ੍ਹਾਂ ਦੇ ਰਿਲੇਟਡ ਟੈਸਟ ਕਰਵਾਉਂਦੇ ਆ। ਅਦਰਵਾਈਜ਼ ਅਸੀਂ ਇੱਕ CBC ਕਰਵਾਈਦਾ ਕਿ ਸਾਨੂੰ ਪਤਾ ਲੱਗ ਜੇ ਕਿ ਪੇਸ਼ੈਂਟ ਦੇ TLC ਵਗੈਰਾ ਤਾਂ ਨਹੀਂ ਜ਼ਿਆਦਾ ਇਨਕਰੀਜ਼ ਹੈ, ਕਿਉਂਕਿ ਆਮ ਤੌਰ ਤੇ ਫੀਵਰ ਦੇ ਵਿੱਚ TLC ਇਨਕਰੀਜ਼ ਹੁੰਦੇ ਆ ਔਰ ਪਲੇਟਲੇਟਸ ਡਿਕਰੀਜ਼ ਹੁੰਦੇ ਆ। ਡੇਂਗੂ ਦਾ ਇੱਕ ਇਹ ਵੀ ਮੇਜਰ ਸਿੰਪਟਮ ਹੁੰਦਾ, ਜੇ ਸਾਨੂੰ ਡੇਂਗੂ ਦੇ ਸਿੰਪਟਮ ਦਿਖ ਰਹੇ ਆ ਤਾਂ ਫਿਰ ਸਾਨੂੰ CBC ਔਰ ਡੇਂਗੂ ਦਾ ਟੈਸਟ ਔਨ ਦਾ ਸਪੌਟ ਕਰਵਾਉਣਾ ਪੈਂਦਾ ਹੈਗਾ। ਔਰ ਟਾਈਫਾਈਡ ਦਾ, ਜੇ ਸਾਨੂੰ ਟਾਈਫਾਈਡ ਦੇ ਸਿੰਪਟਮ ਲੱਗਦੇ ਤਾਂ ਫਿਰ ਅਸੀਂ ਨਾਲ ਵਿਡਾਲ ਟੈਸਟ ਵੀ ਐਡ ਕਰਵਾਈਦਾ, ਐਡ ਜਿਹੜਾ ਉਹ ਕੀਤਾ ਜਾਂਦਾ। ਇਸ ਤੋਂ ਇਲਾਵਾ ਬੁਖਾਰ ਕੋਈ ਵੀ ਹੋਵੇ, ਇੱਕ ਵਾਰੀ ਜਦੋਂ ਬੁਖਾਰ ਠੀਕ ਥੋੜਾ ਹੋ ਜਾਂਦਾ ਤੇ ਵੀਕਨੈਸ ਆ ਜਾਂਦੀ ਹੈ ਪੇਸ਼ੈਂਟ ਦੇ ਵਿੱਚ। ਅਕਸਰ ਪੇਸ਼ੈਂਟ ਤੁਹਾਨੂੰ ਕਹਿੰਦੇ ਵੀ ਹੋਣਗੇ ਕਿ ਬੁਖਾਰ ਸੀਗਾ, ਹੁਣ ਸਾਡਾ ਬੁਖਾਰ ਬਿਲਕੁਲ ਠੀਕ ਹੈ, ਪਰ ਅਸੀਂ ਇਦਾਂ ਲੱਗਦਾ ਕਿ ਕਮਜ਼ੋਰੀ ਬਹੁਤ ਹੈ ਤੇ ਸਰੀਰ ਜਿਹੜਾ ਥੱਕਿਆ ਰਹਿੰਦਾ, ਆਰਾਮ ਮੰਗਦਾ ਹੈ। ਤੇ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਹੈ ਉਹ ਪੇਸ਼ੈਂਟ ਨੂੰ ਕੀ ਕਰਨਾ ਚਾਹੀਦਾ? ਦੇਖੋ, ਜਿਹੜੀ ਬੁਖਾਰ ਤੋਂ ਬਾਅਦ ਵੀਕਨੈਸ ਆਉਂਦੀ ਉਹਦੇ 2 ਕਾਰਨ ਹੈ ਜੀ। ਇੱਕ ਕਾਰਨ ਹੈ ਜਿਹੜਾ ਫੀਵਰ ਹੋਇਆ ਸੀ, ਤੁਹਾਡੇ ਅੰਦਰ ਕੋਈ ਇਨਫੈਕਸ਼ਨ ਆਈ ਸੀ, ਟਾਈਫਾਈਡ ਮਲੇਰੀਆ ਕੋਈ ਵੀ ਫੀਵਰ ਸੀਗਾ, ਵਾਇਰਲ ਹੀ ਸੀਗਾ ਮੰਨ ਲਓ, ਉਹਦੇ ਕਰਕੇ ਉਹਨੇ ਆਪਣੀ ਆਫਟਰ ਇਫੈਕਟ ਛੱਡਿਆ, ਤੁਹਾਡੀ ਬਾਡੀ ਤੇ ਵੀਕਨੈਸ ਦਿੱਤੀ ਹੈ। ਸੈਕਿੰਡ ਇਹਦਾ ਮੇਜਰ ਰੀਜ਼ਨ ਇੱਕ ਹੋਰ ਹੈ ਜੋ ਕਿਸੇ ਨੂੰ ਪਤਾ ਹੀ ਨਹੀਂ ਹੈ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਉਹ ਹੈ ਜਦੋਂ ਤੁਸੀਂ ਹਾਈ ਐਂਡ ਐਂਟੀਬਾਇਓਟਿਕ ਲੈ ਰਹੇ ਹੋ, ਉਹਦਾ ਵੀ ਆਫਟਰ ਇਫੈਕਟ ਵੀਕਨੈਸ ਹੀ ਹੈ। ਤਾਂ ਬਹੁਤ ਪੇਸ਼ੈਂਟਸ ਆਉਂਦੇ ਨੇ, ਇਹ ਤਾਂ ਬਹੁਤ ਰੈਗੂਲਰ ਜੀ ਚੀਜ਼ ਹੈ ਸਾਡੇ ਲਈ ਕਿ ਸਾਡੀ ਵੀਕਨੈਸ ਨਹੀਂ ਜਾ ਰਹੀ, ਸਾਨੂੰ ਟਾਈਫਾਈਡ ਹੋਇਆ ਸੀ, ਡੇਂਗੂ ਹੋਇਆ ਸੀਗਾ, ਤਾਂ ਉਹ ਵਿਦਿਨ ਮਤਲਬ 4-5 ਡੇਜ਼ ਠੀਕ ਹੋ ਜਾਂਦੇ ਹੈਗੇ। 4-5 ਡੇਜ਼ ਵੀ ਜ਼ਿਆਦਾ ਹੀ ਕਹਿ ਰਹੀ ਹਾਂ, 2 ਜਾਂ 3 ਦਿਨ ਦੇ ਵਿੱਚ ਠੀਕ ਹੋ ਜਾਂਦੇ, ਅੱਛਾ ਫੀਲ ਕਰਦੇ ਆ। ਕਹਿੰਦੇ ਅਸੀਂ ਪਹਿਲਾਂ ਉੱਠ ਵੀ ਨਹੀਂ ਸੀ ਪਾ ਰਹੇ ਬੈੱਡ ਤੋਂ, ਉੱਠ ਕੇ ਤੁਰਨਾ ਫਿਰਨਾ ਸ਼ੁਰੂ ਕਰ ਦਿੰਦੇ, ਆਪਣੀ ਰੋਜ਼ਮर्रा ਦੇ ਜਿਹੜੇ ਡੇਲੀ ਰੂਟੀਨ ਦੇ ਕੰਮ ਹੁੰਦੇ ਉਹ ਕਰਨੇ ਸ਼ੁਰੂ ਕਰ ਦਿੰਦੀਆਂ ਨੇ। ਲੇਡੀਜ਼ ਬਹੁਤ ਆਉਂਦੀਆਂ ਨੇ ਇੱਦਾਂ ਦੀਆਂ ਸਾਡੇ ਕੋਲ, ਤਾਂ ਇਹ ਬਹੁਤ ਅੱਛੀ ਚੀਜ਼ ਹੈ ਇਹਦੇ ਵਿੱਚ ਵੀ ਹੋਮਿਓਪੈਥੀ। ਮਤਲਬ ਰੂਟੀਨ ਦੇ ਵਿੱਚ ਜਿਹੜੇ ਇਦਾਂ ਦੇ ਪੇਸ਼ੈਂਟ ਆਉਂਦੇ ਨੇ, ਤੇ ਮੈਡੀਸਿਨਸ ਤੁਸੀਂ ਦਿੰਦੇ ਹੋ ਉਹਨਾਂ ਨੂੰ, ਮੈਡੀਸਿਨਸ ਦੇ ਨਾਲ ਕਾਉਂਸਲਿੰਗ ਦਾ ਕਿੰਨਾ ਕੁ ਰੋਲ ਹੈ? ਦੇਖੋ, ਜਿਹੜਾ ਇਦਾਂ ਦੀ ਚੀਜ਼ਾਂ ਨੇ ਨਾ, ਇਹਦੇ ਵਿੱਚ ਕਾਉਂਸਲਿੰਗ ਦਾ ਇੰਨਾ ਜ਼ਿਆਦਾ ਰੋਲ ਨਹੀਂ ਹੁੰਦਾ, ਕਿਉਂਕਿ ਇਹ ਫਿਜ਼ੀਕਲ ਏਲਮੈਂਟਸ ਨੇ। ਫਿਜ਼ੀਕਲ ਦੇ ਵਿੱਚ ਤਾਂ ਅਗਰ ਅਸੀਂ
ਪ੍ਰੋਪਰ ਮੈਡੀਸਿਨ ਦੇ ਦਾਂਗੇ, ਪੇਸ਼ੈਂਟ ਦੀ ਫਿਜ਼ੀਕਲ ਕੰਪਲੇਂਟ ਠੀਕ ਹੋ ਗਈ ਤਾਂ ਉਹਨੇ ਆਪੇ ਖੁਸ਼ ਹੋ ਜਾਣਾ ਕਿ ਜੇ ਅਸੀਂ ਇਦਾਂ ਦੀ ਮੈਡੀਸਿਨ ਦਵਾਂਗੇ ਉਹਨੂੰ ਹਫਤਾ ਭਰ ਆਰਾਮ ਹੀ ਨਹੀਂ ਆਊਗਾ ਤਾਂ ਉਹਨੇ ਠੀਕ ਹੋਣਾ ਹੀ ਨਹੀਂ ਹੈ। ਮੇਰੀ ਮੈਡੀਸਿਨਸ ਦੇ ਨਾਲ ਮੈਂ ਮੋਸਟਲੀ ਦੇਖਿਆ ਹੈ ਕਿ ਵਿਦਿਨ 2-3 ਡੇਜ਼ ਇਦਾਂ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਤਾਂ ਪੇਸ਼ੈਂਟ ਖੁਦ ਹੀ ਠੀਕ ਹੈ। ਕਾਉਂਸਲਿੰਗ ਦੀ ਲੋੜ ਆਉਂਦੀ ਹੈ ਸਾਡੇ ਕੋਲ ਅਗਰ ਕੋਈ ਬੰਦੇ ਨੂੰ ਮੈਂਟਲੀ ਕੋਈ ਸਿਕਨੈਸ ਹੈ, ਲਾਈਕ ਕੋਈ ਡਿਪਰੈਸ਼ਨ 'ਚ ਹੈ, ਕੋਈ ਐਂਗਜ਼ਾਈਟੀ ਫੈਕਟਰ ਹੈ, ਜਾਂ ਬੰਦਾ ਸੋਚਦਾ ਬਹੁਤ ਹੈ, ਡੀਪ ਥਿੰਕਰ ਹੈ, ਜਾਂ ਗੁੱਸਾ ਬਹੁਤ ਜ਼ਿਆਦਾ ਕਰ ਰਿਹਾ ਹੈ, ਜਾਂ ਕੁਝ ਬੋਲ ਹੀ ਨਹੀਂ ਰਿਹਾ, ਅੰਦਰ ਹੀ ਅੰਦਰ ਘੁੱਟ ਰਿਹਾ ਹੈਗਾ, ਜਾਂ OCD ਦੇ ਪੇਸ਼ੈਂਟਸ ਬਹੁਤ ਆ ਰਹੇ ਅੱਜ ਦੀ ਡੇਟ ਦੇ ਵਿੱਚ। ਆਫਟਰ ਕੋਵਿਡ ਬਹੁਤ ਪੇਸ਼ੈਂਟ ਨਿਕਲ ਕੇ ਆਏ ਨੇ, ਡਿਪਰੈਸ਼ਨ, OCD, ਆਬਸੈਸਿਵ ਕੰਪਲਸਿਵ ਡਿਸਆਰਡਰ ਦੇ ਬਹੁਤ ਪੇਸ਼ੈਂਟਸ ਆ ਰਹੇ ਆ ਸਾਡੇ ਕੋਲ। ਉਸ ਕੇਸ ਦੇ ਵਿੱਚ ਕਾਉਂਸਲਿੰਗ ਦਾ ਮੈਂ ਕਹਾਂਗੀ ਕਿ 50 ਤੋਂ ਵੀ ਅਬਵ ਰੋਲ ਰਹਿ ਜਾਂਦਾ, 50 ਤੋਂ 50% ਤੋਂ ਵੀ ਅਬਵ ਰੋਲ ਹੈ, 60-70% ਰੋਲ ਕਾਉਂਸਲਿੰਗ ਕਰ ਜਾਂਦੀ ਹੈ ਉਹਨਾਂ ਕੇਸਿਸ ਦੇ ਵਿੱਚ। ਜੀ, ਤੇ ਬਹੁਤ ਜ਼ਰੂਰੀ ਹੈ ਕਿ ਪਹਿਲੇ ਪੇਸ਼ੈਂਟ ਨੂੰ ਸਮਝਣਾ ਹੈ ਨਾ, ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਕਰਨਾ। ਤੁਸੀਂ ਸਾਡੇ ਪੰਜਾਬ TV ਦੇ ਸਟੂਡੀਓ ਦੇ ਵਿੱਚ ਆਏ, ਹੋਮਿਓਪੈਥੀ ਨੂੰ ਲੈ ਕੇ ਤੁਸੀਂ ਬਹੁਤ ਕੁਝ ਦੱਸਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।